ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੀ ਉਚਾਰੀ। ਦੋਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰ ਮੂਰਤ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੌਤ ਬੰਦਨ ਅਨਕ ਵਾਰ, ਸਰਵ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਪਰਸ਼ੋਤਮੰ, ਪਰਮ ਪਰਾਵਰਨਾਥ। ਜੁਗਲ ਚਰਨ ਮਮ ਵੰਦਨਾ, ਧਰ ਕਰ ਧਰ ਪਰਮਾਥ। ਗੁਰੂ ਨਾਨਕ ਸੁਖ ਸਿੰਧੁ ਕੋ, ਹਾਥ ਜੋੜ ਪ੍ਰਣਾਮ। ਜਿਸ ਕਰਣਾ ਤੇ ਵਡਿਆਗੀ, ਪਾਵਹਿ ਗਤ ਵਿਸ਼ਰਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਗੋਬਿੰਦ 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 ਮਈ, ਜਪ ਤੇ ਭੇਟੇ ਸਾਧ ਦਇਆਰਾ। ਤਪ ਤੇ ਦੁਰਮਤ ਦੂਰ ਭਈ। ਗੋਬਿੰਦ 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 ਮਈ, ਜਪ ਤੇ ਭੇਟੇ ਸਾਧ ਦਇਆਰਾ। ਤਪ ਤੇ ਦੁਰਮਤ ਦੂਰ ਭਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਰੰਪਾਰ ਕਿਰਪਾਲਤਾ ਬਖਸ਼ਿਸ਼ ਦਾ ਸਦਕਾ ਆਪ ਸਾਰੀਆਂ ਸੰਗਤਾਂ ਸਤਿਗੁਰੂ ਜੀ ਦੇ ਬਖਸ਼ੇ ਹੋਏ ਉਦਮ ਸਦਕਾ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਹਾਜ਼ਰੀ ਭਰ ਰਹੇ ਹੋ। ਅਸਥਾਨ ਦੀ ਮਰਜ਼ਾਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਸੋਹਣੇ ਪ੍ਰਕਾਸ਼ ਦੀ ਸੇਵਾ
ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਹਰਜਸ, ਅੰਮ੍ਰਿਤ ਸਰੂਪ ਪਾਵਨ ਗੁਰਬਾਣੀ ਦੀ ਲੜੀਵਾਰ ਵਿਚਾਰ ਸ਼ਰਵਣ ਕਰਨ ਵਾਸਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਹੋ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਦਾਸ ਸਰੂਪ ਧਾਰਨ ਕਰਕੇ ਬੇਅੰਤ ਸੰਗਤਾਂ ਦੀ ਕਲਿਆਣ ਕੀਤੀ। ਆਉਣ ਵਾਲੇ ਸਮੇਂ 'ਚ ਵੀ ਸੰਗਤ ਦੇ ਭਲੇ ਵਾਸਤੇ ਅੰਮ੍ਰਿਤ ਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੂੰ ਸ਼ਬਦ ਗੁਰ ਪੀਰਾ ਗੈਰ ਗੰਭੀਰਾ, ਬਿਨ ਸ਼ਬਦੈ ਜਗ ਬਉਰਾਨੰ, ਗ੍ਰੰਥ ਔਰ ਪੰਥ ਖਾਲਸਾ ਪੰਥ ਤੇ ਮਹਾਨ ਬਖਸ਼ਿਸ਼ਾਂ ਕੀਤੀਆਂ। ਆਪਣਾ ਜੋਤ ਜਾਮਾ ਬਖਸ਼ਿਸ਼ ਕੀਤਾ ਹੈ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਲਯੁਗ ਜੀਵਾਂ ਦੀ ਕਲਿਆਣ ਵਾਸਤੇ ਸਦਾ ਵਾਸਤੇ ਆਪਣੇ ਸਥਾਨ ਨੂੰ ਗੁਰਤਾ ਗੱਦੀ ਨੂੰ ਕਾਇਮ ਰੱਖਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਇਹ ਸਾਰੀ ਬਖਸ਼ਿਸ਼ ਕਰਕੇ ਪੰਥ ਅੰਦਰ ਕਲਾ ਰੱਖੀ। ਇਹ ਬਰਕਤ ਜਿਹੜੀ ਹੈ ਅੱਜ ਵੀ ਉਸੇ ਪ੍ਰਕਾਰ ਵਰਤ ਰਹੀ ਹੈ, ਕਿਉਂ ਸਤਿਗੁਰੂ ਦੇ ਜਿਹੜੇ ਬਚਨ ਹਨ ਉਹਨਾਂ ਦੇ ਵਿੱਚ ਇਹ ਸਾਰੀ ਕਲਾ ਹੈ। ਅੱਜ ਵੀ ਸਾਰੀ ਸੇਧ ਅਗਵਾਈ ਗੁਰੂ ਗ੍ਰੰਥ ਸਾਹਿਬ ਦੁਆਰਾ ਹੀ ਪੰਥ ਪ੍ਰਾਪਤ ਕਰਦਾ ਹੈ, ਕਿਉਂਕਿ ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਬਾਣੀ ਗਿਆਨ ਦਾ ਪ੍ਰਕਾਸ਼ ਦੇ ਰਹੀ ਹੈ ਨਾ। ਭਾਗਾਂ ਵਾਲਿਆਂ ਦੇ ਮਨ ਵਿੱਚ ਨਿਵਾਸ ਹੁੰਦਾ ਹੈ ਜੋ ਬਾਣੀ ਦੀ ਸ਼ਬਦ ਦੀ ਕਮਾਈ ਕਰਦੇ ਹਨ। ਧਰਤੀ ਉਹੋ ਹੀ ਹੁੰਦੀ ਹੈ, ਜਿਹੜੇ ਆਲਸੀ ਦਲਿਦਰੀ ਪੁਰਸ਼ ਆ ਉਹ ਕੁਝ ਵੀ ਨਹੀਂ ਲੈ ਸਕਦੇ। ਜਿਹੜੇ ਮਿਹਨਤ ਕਰਨ ਵਾਲੇ ਆ ਉਸੇ ਧਰਤੀ 'ਚੋਂ ਬਹੁਤ ਕੁਝ ਪ੍ਰਾਪਤ ਕਰ ਲੈਂਦੇ ਹਨ। ਗੁਰਬਾਣੀ ਜਿਹੜੇ ਸ਼ਬਦ ਦੀ ਕਮਾਈ ਕਰਦੇ ਹਨ, ਇਹਦਾ ਜਾਪ ਅਭਿਆਸ ਕਰਦੇ ਹਨ, ਉਹਨਾਂ ਨੂੰ ਪਿੱਛੇ ਵੀ ਹੁਣ ਵੀ ਅਗਾਂਹ ਵੀ ਬਹੁਤ ਵੱਡੀਆਂ ਵੱਡੀਆਂ ਬਰਕਤਾਂ ਪ੍ਰਾਪਤ ਹੁੰਦੀਆਂ ਹਨ। ਸੋ ਇਸ ਵਾਸਤੇ ਸੁਨਤ ਕਮਾਵਤ ਹੋਤ ਨਿਹਾਲ। ਸੁਣਦੇ ਹੈ, ਕਮਾਉਂਦੇ ਹਨ, ਉਹਦੇ ਅਨੁਸਾਰ ਜੀਵਨ ਢਾਲ ਲੈਂਦੇ ਹਨ, ਨਜ਼ਰੋਂ ਨਜ਼ਰ ਨਿਹਾਲ ਹੋ ਜਾਂਦੇ ਹਨ। ਪੁਰਾਣੇ ਗੁਰਸਿੱਖਾਂ ਦਾ ਜੀਵਨ ਜਦੋਂ ਬਾਚੀਦਾ ਹੈ, ਕਿਸ ਤਰ੍ਹਾਂ ਉਹ ਸੇਵਾ ਕਰਦੇ, ਬਾਣੀ ਦਾ ਅਭਿਆਸ ਕਰਦੇ ਸੀ, ਨਾਮ ਅਭਿਆਸ ਸ਼ਬਦ ਦੀ ਕਮਾਈ ਕਰਦੇ ਸਨ। ਕੈਸੀਆਂ ਕੈਸੀਆਂ ਕਲਾ ਉਹਨਾਂ ਦੇ ਵਿੱਚ ਮਹਾਰਾਜ ਨੇ ਰੱਖੀਆਂ। ਉਹਨਾਂ ਦੇ ਬਰਕਤਾਂ ਦੇ ਪ੍ਰਸੰਗ ਪੜ੍ਹ ਸੁਣ ਕੇ ਬੜੀ ਅਸਚਰਜਤਾ ਵੀ ਆਉਂਦੀ ਹੈ ਕਿ ਐਸੇ ਕਰਿਸ਼ਮੇ ਕਰਨੇ। ਹੁਣ ਜਿਵੇਂ ਮਹਾਰਾਜ ਦੇ ਵਾਸਤੇ ਕਰੋੜੀ ਮੱਲ ਨੇ 2 ਘੋੜੇ ਭੇਜੇ ਸੀ,
ਤਾਰਾ ਮਲ ਅਤੇ ਬਖਤ ਮਲ ਉਸ ਇਲਾਕੇ ਦੇ ਪ੍ਰਚਾਰਕ ਸੀ। ਸ਼ਾਹਜਹਾਂ ਨੇ ਉਹ ਲਾਹੌਰ ਵਿੱਚ ਇਹ ਕਾਬੂ ਕਰ ਲਏ। ਗੁਰਸਿੱਖਾਂ ਨੇ ਮਹਾਰਾਜ ਨੂੰ ਬੇਨਤੀ ਕੀਤੀ, ਕਹਿੰਦੇ ਤੁਹਾਡੀ ਭੇਟਾ ਪਰਵਾਹ ਨਹੀਂ ਹੈ, ਜਿੱਥੇ ਦੀ ਵਸਤੂ ਇਹ ਇੱਥੇ ਆਏ ਜਾਣੀ ਹੈ। ਇਹ ਭਾਈ ਬਿਧੀ ਚੰਦ ਦੀ ਸੇਵਾ ਲੱਗੀ। ਆਪ ਜੀ ਉਸ ਵੇਲੇ ਭਾਈ ਰੂਪੇ ਕਾਂਗੜ ਦੇ ਇਲਾਕੇ 'ਚ ਭਾਈ ਯੋਧ ਰਾਏ ਉਸ ਪਾਸੇ ਸੀ। ਇਹ ਸੇਵਾ ਲਾ ਕੇ ਭੇਜਿਆ, ਬਰਕਤ ਦਿੱਤੀ। ਕਿਸ ਤਰ੍ਹਾਂ ਕਾਇਆ ਬਣਿਆ, ਕਿਵੇਂ ਆਪਣਾ ਪ੍ਰਭਾਵ ਇਤਨਾ ਬੁਲਾਇਆ। ਸੋਂਦੇ ਖਾਂ ਆਦਿਕ ਵੀ ਦਰੋਗੇ ਸਾਰੇ ਪ੍ਰਭਾਵਿਤ ਹੋ ਗਏ। ਕਿਲਿਆਂ ਨੂੰ ਕਿਵੇਂ ਕੁਲਫ ਜੰਦੇ ਲੱਗੇ ਆ, ਕਿਸ ਤਰ੍ਹਾਂ ਉਹ ਘੋੜਾ ਲੈ ਕੇ ਆਇਆ, ਫਿਰ ਕਿਵੇਂ ਜੋਤਸ਼ੀ ਬਣ ਕੇ ਗਿਆ, ਦੂਸਰਾ ਲਿਆਂਦਾ। ਅਤੇ ਹੈਰਾਨ ਹੋ ਜਾਂਦਾ ਹੈ ਕਿੰਨੇ ਪਹਿਰੇ ਹੋਣ ਅਤੇ ਬਾਦਸ਼ਾਹ ਦਾ ਕਿਵੇਂ ਦੂਰ ਤੱਕ ਹੁਕਮ ਸਿੱਕਾ ਚੱਲਦਾ ਹੋਵੇ। ਇਹਦੇ ਪਿੱਛੇ ਗੁਰੂ ਦੀ ਜਿਹੜੀ ਬਰਕਤ ਹੈ, ਕਮਾਈ, ਉਹ ਕੰਮ ਕਰਦੀ ਹੈ। ਗੁਰਸਿੱਖਾਂ ਦੇ ਪ੍ਰਸੰਗ ਪੜ੍ਹ ਕੇ ਬੜੀ ਹੈਰਾਨੀ ਹੁੰਦੀ ਹੈ। ਅਤੇ ਜਿਹੜਾ ਬਰਕਤ ਦੇਣ ਵਾਲਾ ਮਹਾਰਾਜ, ਉਹਦੀ ਉਪਮਾ ਤਾਂ ਕਥਨ ਕਹਿਣ ਤੋਂ ਬਾਹਰ ਹੀ ਹੈ। ਸੋ ਇਸ ਵਾਸਤੇ ਇਹ ਬਰਕਤਾਂ ਕਿਵੇਂ ਮਿਲੀਆਂ, ਇਹ ਬਾਣੀ, ਇਹ ਗੁਰੂ ਦੇ ਸ਼ਬਦ ਦੀ ਕਮਾਈ, ਹੁਕਮੀ ਸੇਵਾ, ਮਹਾਰਾਜ ਦੀ ਪ੍ਰਸੰਨਤਾ ਪ੍ਰਾਪਤ ਕਰਕੇ ਇਹ ਬਖਸ਼ਾਂ ਮਿਲਦੀਆਂ ਹਨ। ਸੋ ਆਓ ਅੱਜ ਵੀ ਇਸ ਘਰ ਵਿੱਚ ਤਾਂ ਉਨੀ ਕਿੰਨੀ ਬਰਕਤ ਹੈ। ਅਤੇ ਜਿਹੜੇ ਅੱਜ ਵੀ ਗੁਰੂ ਮਹਾਰਾਜ ਦੇ ਹੁਕਮ ਅਨੁਸਾਰ ਕਮਾਈ ਕਰਦੇ ਹੈ, ਮਹਾਰਾਜ ਬਖਸ਼ਿਸ਼ ਦਿੰਦੇ ਆ। ਗਾਂਹ ਕਰਨਗੇ ਉਹਨਾਂ ਨੂੰ ਵੀ ਮਿਲੇਗੀ। ਅਤੇ ਗੁਰਸਿੱਖਾਂ ਦੇ ਜੀਵਨ ਪੜ੍ਹ ਕੇ ਬੜੀ ਸਿਕਸ਼ਾ ਮਿਲਦੀ ਹੈ। ਬਾਬਾ ਮੰਝ ਸਾਹਿਬ ਲੈ ਲਓ, ਭਾਈ ਬਹਿਲੋ ਸਾਹਿਬ ਲੈ ਲਓ, ਬਾਬਾ ਆਦਮ ਲੈ ਲਓ, ਭਾਈ ਭਗਤੂ ਜੀ ਦੇ ਪ੍ਰਸੰਗ ਪੜ੍ਹ ਲਓ। ਗੁਰੂ ਸਾਹਿਬ ਦਾ ਆਪਣਾ ਹੀ ਇਤਿਹਾਸ, ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਿਸ ਤਰ੍ਹਾਂ ਘਾਲ ਕਮਾਈਆਂ ਕੀਤੀਆਂ, ਕਰਕੇ ਦਿਖਾਈਆਂ। ਉਹਦੇ ਨਾਲ ਹੀ ਇਹ ਬਰਕਤ ਜਿਹੜੀ ਮਿਲਦੀ ਹੈ। ਪੀਸਤ ਪੀਸਤ ਚਾਬਿਆ ਸੋਈ ਨਿਭਿਆ ਸਾਥ। ਸੋ ਆਓ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿਚਾਰ ਸ਼ਰਵਣ ਕਰਨ ਵਾਸਤੇ ਮਨ ਬਿਰਤੀ ਦੀ ਇਕਾਗਰਤਾ ਔਰ ਰਸਨਾ ਦੀ ਪਵਿੱਤਰਤਾ ਲਈ ਗੱਜ ਵੱਜ ਕੇ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ। ਬਿਲਾਵਲ ਮਹੱਲਾ ਪੰਜਵਾ। ਬਿਲਾਵਲ ਰਾਗ। ਬਿਲਾਵਲ ਨਾਮ ਹੀ ਖੁਸ਼ੀ ਦਾ, ਇਹ ਰਾਗ ਵੀ ਖੁਸ਼ੀ ਦਾ ਹੀ ਹੈ। ਇਹ ਹਰ ਸਮੇਂ ਗਾਇਆ ਜਾ ਸਕਦਾ। ਬਾਕੀ ਰਾਗਾਂ ਦੇ ਸੰਕੇਤ ਆ, ਸਮੇਂ ਆ, ਸਮੇਂ ਦੇ ਮੁਤਾਬਕ ਉਹ ਗਾਏ ਜਾਂਦੇ ਆ। ਬਾਕੀ ਤਾਂ ਉਸ ਰਾਗ 'ਚ ਸ਼ਬਦ ਪੜ੍ਹ ਲੈਣਾ ਹੋਰ ਗੱਲ ਆ, ਪਰ ਰਾਗ ਨੂੰ ਰਾਗ ਵਿੱਚ ਸਮੇਂ ਗਾਉਣਾ ਇਹ ਹਰ ਇੱਕ ਦਾ ਵੱਸ ਦਾ ਰੋਗ ਨਹੀਂ। ਇਹ ਸਿਆਣੇ ਰਾਗੀਆਂ ਦਾ ਹੀ ਵਿਰਸਾ ਹੈ। ਕਿਉਂਕਿ ਜੇ ਤਾਂ ਰਾਗ ਨੂੰ ਇੱਕ ਆਰਟ ਹੁਨਰ ਬਣਾ ਲਈਏ, ਪੇਟ ਦਾ ਧੰਦਾ, ਫਿਰ ਤਾਂ ਵੱਖਰੀ ਗੱਲ ਹੈ। ਪਰ ਜਿੱਥੇ ਰਾਗ ਦੀ ਗੱਲ ਹੈ ਉਹ ਬੜੀ ਦੂਰ ਦੀ ਹੈ।
ਇੰਨੀ ਮਿਹਨਤ ਕੌਣ ਕਰਦਾ। ਇਹ ਜਿਹੇ ਸਿਆਣੇ ਪੁਰਸ਼ ਮਿਲਣੇ ਵੀ ਬੜੇ ਦੁਰਲੱਭ ਆ, ਅਤੇ ਗਾਉਣਾ ਵੀ ਦੁਰਲੱਭਤਾ ਵਾਲਾ ਹੀ ਕੰਮ ਹੈ। ਸਰਦਾਰ ਗਿਆਨ ਸਿੰਘ ਜੀ ਅਲਮਸਤ ਸਾਹਿਬ ਇੱਥੇ ਰਹਿੰਦੇ ਰਹੇ ਸਾਡੇ ਕੋਲ। ਸਿੱਖਾਂ 'ਚੋਂ ਬੜੇ ਮਹਾਨ ਬਖਸ਼ਿਸ਼ ਦੇ ਪਾਤਰ ਸੀਗੇ। ਸੂਹੀ ਲਾਲਤ ਗਾਈ ਉਹਨਾਂ ਨੇ, ਇਉਂ ਵੀ ਜਿਵੇਂ ਗੰਧਰਵ ਆ ਕੇ ਬਹਿ ਜਾਂਦੇ ਹੁੰਦੇ ਆ, ਪਰ ਇਹ ਉਹਨਾਂ 'ਤੇ ਬਰਕਤ ਸੀ। ਇਹ ਵੀ ਪਿਛਲੇ ਜਨਮਾਂ ਦੀ ਕਮਾਈ ਹੁੰਦੀ ਹੈ। ਸਿਆਣਾ ਉਸਤਾਦ, ਸਿਆਣੇ ਉਸਤਾਦ ਦੀ ਮਾਰ ਖਾਧੀ ਜਾਏ। ਆਮ ਤਾਂ ਇਨਸਾਨ ਕਰਦਾ ਵੀ ਚਲੋ ਇੰਨਾ ਕੁ ਸਿੱਖ ਲਿਆ, ਇਹਦੇ ਨਾਲ ਹੁਣ ਆਪਣਾ ਗੁਜ਼ਾਰਾ ਹੋਈ ਜਾਂਦਾ। ਇਹ ਚੀਜ਼ ਹੋ ਰਿਹਾ, ਉਹ ਕਲਾ ਇੱਕ ਵੱਖਰੀ ਹੈ। ਸੋ ਇਸ ਵਾਸਤੇ ਇਹ ਬਿਲਾਵਲ ਰਾਗ ਹੁਣ ਸ੍ਰੀ ਰਾਗ ਹੈ, ਗਾਇਆ ਜਾਏ ਤੇ ਕੋਹਲੂ ਆਪੇ ਤੁਰ ਪੈਂਦੇ। ਦੀਪਕ ਰਾਗ, ਬੱਤੀ ਘਿਓ ਪਾ ਕੇ ਰੱਖ ਦਿਓ, ਦੀਵਾ ਜਗ ਪਏਗਾ। ਮਲਹਾਰ ਰਾਗ ਆ, ਵਰਸ਼ਾ ਹੋ ਜਾਏਗੀ। ਇਹਨਾਂ 'ਚ ਵੀ ਬੜੀ ਕਲਾ ਹੈ, ਬੜੀ ਬਰਕਤ ਹੈ, ਕਿਉਂਕਿ ਹਰ ਇੱਕ ਚੀਜ਼ ਕਮਾਈ ਨਾਲ ਹੀ ਹੈ, ਮਿਹਨਤ ਨਾਲ ਹੀ ਹੈ। ਸੋ ਇਸ ਤਰ੍ਹਾਂ ਬਾਣੀ ਦੀ, ਸ਼ਬਦ ਦੀ ਕਮਾਈ ਦਾ ਵੀ ਆਪਣਾ ਇੱਕ ਰਸਤਾ ਹੈ, ਜਿਹਦੇ ਦੁਆਰਾ ਰੂਹਾਨੀ ਬਰਕਤ ਮਿਲਦੀ ਹੈ। ਇਹ ਵੀ ਕਮਾਈ ਕਰਨੀ ਪੈਂਦੀ ਹੈ। ਸੋ ਐਸਾ ਰਾਗ ਖੁਸ਼ੀਆਂ ਖੇੜਿਆਂ ਨੂੰ ਦੇਣੇ ਵਾਲਾ ਬਿਲਾਵਲ ਰਾਗ, ਪੰਜਵੇਂ ਸਤਿਗੁਰੂ ਜੀ ਆਪਣੀ ਪਾਵਨ ਰਸਨਾ ਤੋਂ ਬਖਸ਼ਿਸ਼ ਕਿਰਪਾਲਤਾ ਕਰਦੇ ਹਨ। ਗੋਬਿੰਦ 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 ਮਈ। ਤਿੰਨ ਵੇਰੀ ਬਚਨ ਕੀਤਾ। ਗੋ ਜੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਆਦਿ ਵਿਆਧੀ ਉਪਾਧੀ ਨੂੰ ਦੂਰ ਕਰਨ ਵਾਲਾ, ਜਿਹਨੂੰ ਮਨ ਬਾਣੀ ਸਰੀਰ ਕਰਕੇ ਉਹਦਾ ਚਿੰਤਨ ਕੀਤਾ, ਉਹ ਗੋਬਿੰਦ ਗੋਬਿੰਦ ਕਰਦੇ ਹੋਏ ਗੋਬਿੰਦ ਦਾ ਰੂਪ ਹੀ ਹੋ ਗਿਆ। ਉਹਨਾਂ ਦਾ ਕੋਈ ਫਰਕ ਹੀ ਨਹੀਂ ਰਿਹਾ। ਗੋਬਿੰਦ ਗੋਬਿੰਦ ਸਿਉ ਨਾਮ ਦਿਓ ਮਨ ਲੀਣਾ, ਐਸਾ ਵੀ ਬਚਨ ਆਇਆ ਨਾ। ਜਿਹੜੇ ਲੀਨ ਹੋਏ ਸੀ ਭਗਤ ਨਾਮਦੇਵ ਜੀ, ਹੈ ਤਾਂ ਮਹਾਰਾਸ਼ਟਰ ਦੇ ਇਲਾਕੇ ਸੀ। ਨਾਮਾ ਸ਼ਿੰਬਾ ਕਬੀਰ ਜੁਲਾਹਾ, ਪੂਰੇ ਗੁਰ ਤੇ ਗੱਤ ਪਾਈ ਵਾਲੀ ਗੱਲ ਕਹੀ ਨਾ। ਗੋਬਿੰਦ ਗੋਬਿੰਦ ਕਰਦਿਆਂ ਹੋਇਆਂ ਗੋਬਿੰਦ ਦਾ ਹੀ ਸਰੂਪ ਹੋ ਗਿਆ। ਕੋਈ ਭੇਦ ਭਰਮ ਹੀ ਨਹੀਂ ਰਿਹਾ। ਅਤੇ ਜਿਹੜੇ ਇਸ ਅਵਸਥਾ ਵਿੱਚ ਪਹੁੰਚੇ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੰਜਮ ਪਾਤਸ਼ਾਹ ਜੀ ਨੇ ਉਹਨਾਂ ਨੂੰ ਸਥਾਨ ਦਿੱਤਾ। ਆਏ ਤਾਂ ਹੋਰ ਵੀ ਸੀ ਨਾ, ਕਾਨਾ ਵੀ ਆਇਆ ਸੀ, ਛੱਜੂ ਵੀ ਆਇਆ ਸੀ, ਪੀਲੂ ਵੀ ਆਇਆ ਸੀ, ਸ਼ਾਹ ਹਸੈਨ ਆਦਿਕ ਹੋਰ ਵੀ ਬਹੁਤ ਆਏ ਸੀ। ਜਿਹੜੀਆਂ ਉਹਨੀਆਂ ਰਚਨਾਵਾਂ ਸੀ ਮਾੜੀਆਂ ਨਹੀਂ, ਸਿੱਖਿਆ ਉਹਨਾਂ ਵਿੱਚ ਵੀ ਸੀ, ਲਾਭਦਾਈ ਬਚਨ ਸਨ, ਪਰ ਜਿਹੜੀ ਲਿਵਲੀਨ ਅਵਸਥਾ ਸੀ ਉਹਦੇ ਵਿੱਚ ਕਮੀ ਸੀ। ਪਰ ਇਹ ਜੋ ਅਨਾਦਿ ਧੁਰ ਕੀ ਬਾਣੀ ਸੀ, ਇਹਦੇ ਵਿੱਚ ਇਹ ਨਹੀਂ ਕਿ ਮਹਾਰਾਜ ਨੇ ਉਹਨਾਂ ਨਾਲ ਕੋਈ ਪਕਸ਼ਪਾਤ ਕੀਤਾ ਜਾਂ ਮਹਾਰਾਜ ਦੀ ਕਿਸੇ ਨਾਲ ਦਵੈਸ਼ ਸੀ। ਹੁਣ ਜਿੰਨੇ ਵੀ ਆਏ ਆ ਦੁਨਿਆਵੀ ਤੌਰ 'ਤੇ ਤਾਂ ਉਹਨਾਂ ਦਾ ਕੋਈ ਰਿਸ਼ਤਾ ਨਹੀਂ ਸੀ, ਪਰਮਾਰਥੀ ਸੀ ਨਾ, ਜਿਹੜੇ ਪਰਮਾਰਥ ਦੀ ਮੰਜ਼ਿਲ ਨੂੰ ਤੈਅ ਕਰ ਚੁੱਕੇ ਸੀ।
ਉਸ ਅਵਸਥਾ ਵਿੱਚ ਪਹੁੰਚੇ ਹੋਏ ਸਨ। ਉਹਨਾਂ ਦਾ ਧਰਮ, ਉਹਨਾਂ ਦੀ ਨਸਲ, ਜਾਤ, ਰੰਗ, ਰੂਪ, ਇਲਾਕਾ ਭੇਦ ਇਹ ਤਾਂ ਨਹੀਂ ਵਿਚਾਰਿਆ ਗਿਆ। ਅਭੇਦ ਅਵਸਥਾ ਨੂੰ ਹੀ ਵਿਚਾਰਿਆ ਗਿਆ। ਅਤੇ ਇਸ ਵਾਸਤੇ ਜਿਹੜੇ ਐਸੇ ਲੋਕ ਸੀਗੇ, ਉਹਨਾਂ ਨੂੰ ਮਹਾਰਾਜ ਨੇ ਇਹ ਸਮਾਨਤਾ ਬਖਸ਼ਿਸ਼ ਕੀਤੀ। ਬਾਕੀ ਤਾਂ ਇਉਂ ਅਸੀਂ ਬੜੇ ਹੋਏ ਆ ਪੀਰ ਪੈਗੰਬਰ, ਉਸ ਵੇਲੇ ਵੀ ਅਭੇਦ ਮਹਾਂਪੁਰਖ ਹੋ ਸਕਦੇ ਹਨ, ਪਰ ਇੰਨਾ ਵਿਸ਼ਾਲ ਹਿਰਦਾ ਜੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ, ਇਹ ਵੇਖਣ ਵਿੱਚ ਨਹੀਂ ਮਿਲਦਾ ਕਿ ਕਿਸੇ ਨੂੰ ਆਪਣੇ ਬਰਾਬਰ ਕੋਈ ਅਸਥਾਨ ਦੇ ਦੇਵੇ। ਇਹ ਮਹਾਰਾਜ ਵਿੱਚ ਹੀ ਹੈ ਕਿ ਆਪਣੀ ਬਾਣੀ ਵਿੱਚ ਉਹਨਾਂ ਨੂੰ ਇਹ ਸਮਾਨਤਾ ਉਹਨਾਂ ਨੇ ਬਖਸ਼ਿਸ਼ ਕੀਤੀ ਹੈ। ਸੋ ਇਸ ਕਰਕੇ ਗੋਬਿੰਦ ਗੋਬਿੰਦ ਕਰਦਿਆਂ ਕਰਦਿਆਂ ਉਸ ਪਰਮਾਤਮਾ ਦੇ ਵਿੱਚ ਇਹ ਲਿਵਲੀਨ ਹੋ ਗਏ। ਕੋਈ ਭੇਦ ਹੀ ਨਹੀਂ ਰਹਿ ਗਿਆ। ਹੁਣ ਕਬੀਰ ਸਾਹਿਬ ਦਾ ਸਲੋਕ ਜਿਹੜਾ ਉਹ ਨਾਲ ਮੇਲ ਖਾਂਦਾ ਹੈ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਭਗਤ ਰਵਿਦਾਸ ਸਾਹਿਬ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ, ਅਨਲ ਆਗਮ ਜੈਸੇ ਲਹਿਰ ਮੈਂ ਓਦਦ, ਜਲ ਕੇਵਲ ਜਲ ਮਾਹੀ। ਅਭੇਦਤਾ ਦੱਸੀ ਹੈ ਕਿ ਨਹੀਂ? ਅਤੇ ਫਿਰ ਬਾਣੀ ਉਹੀ ਨਾਲ ਅਭੇਦ ਹੋਈ ਜੋ ਭਜਨ ਕਰਦਿਆਂ ਕਰਦਿਆਂ ਉਹਦੇ ਵਿੱਚ ਹੀ ਅਭੇਦ ਹੋ ਗਿਆ। ਸੋ ਇਸ ਵਾਸਤੇ ਸੰਤ ਤੁਕਾਰਾਮ ਜੀ ਹੋਏ ਨਾ, ਭਗਤ ਨਾਮਦੇਵ ਜੀ ਦੇ ਸੇਵਕ ਹੋਏ ਆ। ਉਹਨਾਂ ਨੂੰ ਕਿਹਾ ਮਹਾਰਾਜ ਹਰੇਕ ਮਹਾਂਪੁਰਖ ਨੇ ਕੋਈ ਨਾ ਕੋਈ ਕਲਾ ਤਾਂ ਦਿਖਾਈ ਆ ਨਾ, ਚਾਹੇ ਮੌਜ ਵਿੱਚ ਚਾਹੇ ਸੁਤੇ ਸਿੱਧੇ ਹੋਈ। ਕਹਿੰਦੇ ਲਓ ਫਿਰ ਇਹੋ ਜਿਹੀ ਹੋਊਗੀ ਕਿ ਆਮ ਦੇਖਣ 'ਚ ਨਹੀਂ ਮਿਲੇਗੀ। ਜਦੋਂ ਉਹਨਾਂ ਦਾ ਸੱਚਖੰਡ ਜਾਣ ਦਾ ਸਮਾਂ ਆਇਆ, ਇਸ਼ਨਾਨ ਪਾਨ ਕੀਤਾ, ਸਮਾਧੀ 'ਚ ਬੈਠੇ ਸੀ, ਇਸ ਤਰ੍ਹਾਂ ਆਕਾਸ਼ ਮੰਡਲ ਵੱਲ ਉੱਡੇ ਗਏ। ਦੇਖਦਿਆਂ ਦੇਖਦਿਆਂ ਭੇਦ ਹੋ ਗਏ, ਵਾਪਸ ਲੌਟ ਕੇ ਨਹੀਂ ਆਏ। ਸੋ ਇਸ ਵਾਸਤੇ ਉਹ ਜਿਹੜੇ ਅਭੇਦ ਸਰੂਪ ਹੈ, ਪਵਨੇ ਮੈਂ ਪਵਨ ਸਮਾਇਆ, ਜੋਤੀ ਮਿਲ ਜੋਤ ਰਲ ਜਾਇਆ। ਸੋ ਇਸ ਵਾਸਤੇ ਤਤ ਤਤਾਂ 'ਚ ਮਿਲਾਏ, ਆਤਮਾ ਨੂੰ ਆਤਮਾ 'ਚ ਮਿਲਾ ਕੇ ਅਭੇਦ ਹੋ ਗਏ। ਇਹ ਤਾਂ ਐਸੇ ਗਿਆਨਵਾਨ ਲੋਕਾਂ ਦੀਆਂ ਕਥਾ ਕਹਾਣੀਆਂ ਹਨ। ਸੋ ਇਸ ਵਾਸਤੇ ਮਹਾਰਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਮੁਖਾਰਬਿੰਦ ਤੋਂ ਕਿਰਪਾ ਕਰਦੇ ਹਨ। ਜਬ ਤੇ ਭੇਟੇ ਸਾਧ ਦਇਆ ਦਾ, ਜਦੋਂ ਤੋਂ ਜਿਹਨੇ ਆਪਣਾ ਸਾਧ ਲਿਆ, ਦਸੇ ਇੰਦਰੇ ਸਾਧ ਸਾਧ ਕਹਾਇਆ ਭਾਈ ਗੁਰਦਾਸ ਸਾਹਿਬ। ਦਸੇ ਇੰਦਰੀਆਂ ਪੰਜੇ, ਗਿਆਨ ਇੰਦਰੀਆਂ, ਕਰਮ ਇੰਦਰੀਆਂ ਪੰਜੇ, ਮਨ ਬੁੱਧੀ, ਇਹਨਾਂ ਨੂੰ ਸਾਧ ਲਿਆ ਨਾ, ਫਿਰ ਇਹ ਅਚਰ ਚਰਿਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ, ਫਿਰ ਇਹ ਉਹ ਅਵਸਥਾ ਮਿਲਦੀ ਨਾ। ਇਸ ਵਾਸਤੇ ਪਾਤਸ਼ਾਹ ਕਹਿੰਦੇ ਜਬ ਤੇ ਭੇਟੇ ਸਾਧ ਦਇਆਰਾ, ਦਇਆ ਕਰਨ ਵਾਲੇ ਐਸੇ ਸਾਧੂ ਜਦੋਂ ਮਿਲੇ ਹਨ, ਤਪ ਤੇ ਦੁਰਮਤ ਦੂਰ ਭਈ। ਉਦੋਂ ਤੋਂ ਜਿਹੜੀ ਦੁਰਮਤ ਖੋਟੀ ਮੱਤ ਸੀ ਨਾ, ਦੂਰ ਹੋ ਗਈ, ਖਤਮ ਹੋ ਗਈ, ਨਾਸ ਹੋ ਗਈ। ਅਤੇ ਜਿਹੜਾ ਦਵੈਤਵਾਦੀ ਬੰਦਾ, ਉਹ ਦੁਰਮਤ ਦੂਰ ਨਹੀਂ ਕਰੇਗਾ। ਗੁਰਮਤ ਦੀ ਗੱਲ ਜਿੰਨੀ ਮਰਜ਼ੀ ਕਰੀ ਜਾਏ, ਪਰ ਗੁਰਮਤ ਉਹਦੇ ਕੋਲ ਆਪਣੇ ਕੋਈ ਨਹੀਂ ਹੁੰਦੀ, ਦੁਰਮਤ ਹੁੰਦੀ ਹੈ।
ਨਵੇਂ ਨਵੇਂ ਵਿਵਾਦ, ਨਵੇਂ ਨਵੇਂ ਸ਼ੰਕੇ ਖੜੇ ਕਰਕੇ ਹੋਰ ਚੱਕਰ ਵਿਊਹ ਦੇ ਵਿੱਚ ਫਸਾ ਦੇਣਾ। ਪਰ ਜਿਹੜਾ ਤੱਤਵੇਤਾ ਗਿਆਨਵਾਨ ਆ, ਉਹ ਬੋਲੇ ਨਾ ਬੋਲੇ, ਉਹਨਾਂ ਦੀ ਦਰਸ਼ਨ ਮਾਤਰ 'ਚ ਵੀ ਬਰਕਤ ਹੁੰਦੀ ਹੈ। ਸਾਧਕੈ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟ ਹੋਤ ਨਿਹਾਲ। ਉਹ ਕੋਈ ਬਹੁਤ ਵੱਡਾ ਪੰਡਿਤ ਸੀ ਅਤੇ ਉਹ ਸ਼ਾਸਤਰ ਅਰਥ ਕਰਦਾ ਹੁੰਦਾ ਸੀ। ਜਿਹਨੂੰ ਜਿੱਤ ਲੈ ਉਹਦੇ ਉਹ ਗ੍ਰੰਥ ਖੋਲ੍ਹ ਲੈਂਦਾ ਸੀ। ਅਤੇ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ ਬੇਨਤੀ ਕੀਤੀ। ਕਹਿੰਦੇ ਜਦੋਂ ਉਹ ਪ੍ਰਸ਼ਨ ਕਰੇ ਬ੍ਰਹਮ ਬਾਰੇ, ਤੂੰ ਖਾਮੋਸ਼ ਰਹਿਣਾ। ਉਹ ਪ੍ਰਸ਼ਨ ਕਰਦਾ, ਉਹ ਖਾਮੋਸ਼ ਰਹੇ। ਉਹ ਕਹਿੰਦੇ ਬੋਲੇ ਨਹੀਂ। ਕਹਿੰਦੇ ਜਿਹਦੇ ਬਾਰੇ ਤੂੰ ਪੁੱਛ ਰਿਹਾ ਉਹਦੇ ਬਾਰੇ ਕੁਝ ਦੱਸਿਆ ਹੀ ਨਹੀਂ ਜਾ ਸਕਦਾ। ਗੱਜ ਕੇ ਬੋਲੋ। ਉਹਦੇ ਨਿਰਗੁਣ ਬਾਰੇ ਤੂੰ ਕੀ ਦੱਸੇਗਾ? ਇਹ ਤਾਂ ਦੱਸ ਦਿਆਂਗਾ ਇਹ ਕੌਤੁਕ ਹੋਇਆ, ਇਹ ਹੋਇਆ, ਸਰਗੁਣ ਸਰੂਪ ਧਾਰ ਕੇ। ਉਹ ਕਹਿਣ ਲੱਗੇ ਗੱਲ ਤਾਂ ਤੇਰੀ ਬਿਲਕੁਲ ਸਹੀ ਹੈ। ਉਹ ਤਾਂ ਆਵਾਜ਼ 'ਚ ਪਾਦਿਆ। ਸੋ ਇਸ ਵਾਸਤੇ, ਕਿਉਂਕਿ ਮਹਾਂਪੁਰਖਾਂ ਦਾ ਦੇਖ ਲਓ, ਉਹਨਾਂ ਦੇ ਚੁੱਪ ਵਿੱਚ ਵੀ ਬਰਕਤ ਹੈ, ਮੂਰਖਾਂ ਦੇ ਬੋਲਣ ਵਿੱਚ ਵੀ ਕੁਝ ਨਹੀਂ ਮਿਲਦਾ। ਉਹ ਤਾਂ ਪਾਣੀ 'ਚ ਮਧਾਣੀ ਹੁੰਦੀ ਨਾ ਮੂਰਖਾਂ ਦੀ। ਪਾਣੀ ਰਿੜਕੋਗੇ ਉੱਥੋਂ ਕੀ ਨਿਕਲਣਾ? ਦੁੱਧ ਰਿੜਕਿਆਂ ਨਿਕਲਦਾ ਏ ਠੀਕ ਮੱਖਣ। ਦੁੱਧ ਰਿੜਕਾਂਗੇ ਤਾਂ ਮੱਖਣ ਮਿਲ ਜਾਏਗਾ ਨਾ। ਨਹੀਂ ਨਿਕਲਦਾ ਨੀਰ ਬਰੋਲਿਆਂ ਹੋਏ। ਪਾਣੀ ਬਰੋਲਣ ਨਾਲ ਕੁਝ ਨਹੀਂ ਮਿਲਣਾ। ਮੂਰਖਾਂ ਦੀਆਂ ਗੱਲਾਂ ਤਾਂ ਪਾਣੀ 'ਚ ਮਧਾਣੀ ਵਾਲੀਆਂ ਹੀ ਹੁੰਦੀਆਂ। ਸਿਆਣੇ ਪੁਰਸ਼ ਜਿਹੜੇ ਹੁੰਦੇ ਆ, ਉਹਨਾਂ ਦੇ ਬੋਲਣ ਵਿੱਚ ਵੀ, ਉਹਨਾਂ ਦੇ ਚੁੱਪ ਵਿੱਚ ਵੀ ਗਿਆਨ ਹੈ। ਇਸ ਵਾਸਤੇ ਜਬ ਤੇ ਭੇਟੇ ਸਾਧ ਦਇਆਰਾ, ਦਇਆ ਕਰਨ ਵਾਲੇ ਜਿਹੜੇ ਸਾਧੂ ਪੁਰਖ ਮਿਲ ਗਏ, ਉਹਨਾਂ ਦੀ ਸੰਗਤ ਮਿਲ ਗਈ, ਉਹਨਾਂ ਦੇ ਬਚਨਾਂ ਦੇ ਅਨੁਕੂਲ ਆਪਣੇ ਜੀਵਨ ਨੂੰ ਢਾਲ ਲਿਆ ਹੈ। ਫੇਰ ਕਰ ਦਿਓ, ਪੜ੍ਹ ਦਿਓ ਇਹਨੂੰ। ਜਬ ਤੇ ਭੇਟੇ ਸਾਧ ਦਇਆਰਾ, ਤਬ ਤੇ ਦੁਰਮਤ ਦੂਰ ਭਈ। ਦੁਰਮਤ ਜਿਹੜੀ ਖੋਟੀ ਮੱਤ ਸੀ, ਮੱਤ ਦੇ ਮੂਹਰੇ ਗੁਰ ਸ਼ਬਦ ਲੱਗ ਗਿਆ ਨਾ, ਫਿਰ ਤਾਂ ਬਣ ਗਈ ਗੁਰਮਤ। ਅਤੇ ਪਹਿਲਾਂ ਜਦੋਂ ਗੁਰੂ ਵਾਲਾ ਹੀ ਨਹੀਂ ਬਣਿਆ, ਨਗੋਰਾ ਹੀ ਫਿਰਦਾ, ਫਿਰ ਗੁਰਮਤ ਦੀ ਗੱਲ ਕਿੱਥੋਂ ਆ ਜਾਊਗੀ? ਗੁਰੂ ਵਾਲਾ ਬਣੇਗਾ, ਗੁਰੂ ਦਾ ਬਚਨ ਸੁਣੇਗਾ, ਗੁਰੂ ਦਾ ਬਚਨ ਮੰਨੇਗਾ, ਗੁਰੂ ਦੇ ਬਚਨ ਦੇ ਅਨੁਕੂਲ ਜੀਵਨ ਬਣਾਏਗਾ, ਫਿਰ ਇਹ ਗੁਰਮਤ ਬਣੇਗੀ ਨਾ। ਤਾਂ ਜਦੋਂ ਨਗੋਰਾ ਹੀ ਫਿਰ ਰਿਹਾ ਅਤੇ ਦੁਰਮਤ ਆ ਉਸ ਵੇਲੇ। ਇਹ ਦੁਰਮਤ ਕਦੋਂ ਦੂਰ ਹੁੰਦੀ ਹੈ? ਜਬ ਤੇ ਭੇਟੇ ਸਾਧ ਦਇਆਰਾ, ਜਦੋਂ ਦਇਆ ਕਰਨ ਵਾਲੇ ਸਾਧੂ ਮਿਲ ਜਾਣ, ਉਹਨਾਂ ਦੀ ਸੰਗਤ ਵਿੱਚ ਆ ਕੇ ਮਨਮਤ ਨੂੰ ਤਿਆਗ ਦਿੱਤਾ ਜਾਏ, ਗੁਰੂ ਦੀ ਮੱਤ ਨੂੰ ਗ੍ਰਹਿਣ ਕਰ ਲਿਆ ਜਾਏ, ਤਬ ਤੇ ਦੁਰਮਤ ਦੂਰ ਪਈ। ਫਿਰ ਦੁਰਮਤ ਜਿਹੜੀ ਖੋਟੀ ਮੱਤ ਆ ਨਾ, ਉਹ ਦੂਰ ਹੋ ਜਾਂਦੀ ਹੈ। ਕਿਉਂ ਜਿਹੜੇ ਗੁਰਮਤ ਆ ਗਈ, ਫਿਰ ਦੁਰਮਤ ਆਪੇ ਚਲੇ ਜਾਣੀ ਹੈ। ਫਿਰ ਤੈਨੂੰ ਦੂਰ ਕਰਨ ਦੀ ਲੋੜ ਹੀ ਨਹੀਂ ਪੈਣੀ। ਜਿਹੜੇ ਗੁਰੂ ਦੀ ਮੱਤ ਧਾਰ ਲਈ ਨਾ, ਪ੍ਰਕਾਸ਼ ਦੀਵਾ ਬਣਾਂਗੇ, ਹਨੇਰਾ ਕੁਦਰਤੀ ਚਲੇ ਜਾਣਾ। ਅਤੇ ਜੇ ਹੁਣ ਉਹ ਅਮਲੀਆਂ ਵਾਲੀ ਗੱਲ ਆ ਨਾ, ਅਮਲੀ ਇਕੱਠੇ ਹੋ ਗਏ, ਜ਼ਿਆਦਾ ਪੀਣਕ ਚੜ੍ਹ ਚੁੜ ਗਈ, ਲਓ ਵੀ ਹਨੇਰਾ ਬੜਾ ਤੰਗ ਕਰਦਾ, ਆਪਾਂ ਇਹਨੂੰ ਕੱਢੀਏ। ਉਹ ਕਹਿੰਦੇ ਇਉਂ ਕਰੋ, ਲੈ ਆਓ ਕਈਆਂ ਕਢਾਈਏ। ਉਹ ਹੁਣ ਹਨੇਰੇ 'ਚ ਕਈਆਂ ਮਾਰ ਮਾਰ ਕੇ ਕੜਾਹੀਆਂ 'ਚ ਪਾਈ ਜਾਂਦੇ ਆ, ਤੋ ਦੂਏ ਸੁੱਟਣ ਡਿਆ। ਸਵੇਰ ਤੋਂ ਥੋੜ੍ਹਾ ਨਸ਼ਾ ਵੀ ਘੱਟ ਗਿਆ,
ਸੂਰੀ ਭਗਵਾਨ ਨੇ ਦਰਸ਼ਨ ਦੇਣੇ ਹੀ ਸੀ। ਕਹਿੰਦੇ ਦੇਖੋ ਇਹ ਅੰਬਲੀਆਂ ਦੀ ਸ਼ਕਤੀ ਹੈ ਨਾ, ਹਨੇਰਾ ਚੱਕ ਕੇ ਬਾਹਰ ਸੁੱਟ ਦਿੱਤਾ। ਇਹ ਤਾਂ ਮੂਰਖਾਂ ਦੀਆਂ ਗੱਲਾਂ ਨੇ, ਅਨਮਾਦੀ ਲੋਕਾਂ ਦੀਆਂ। ਜਿਹੜਾ ਸਿਆਣਾ ਬੰਦਾ ਉਹ ਇੰਨੀਆਂ ਟੱਕਰਾਂ ਥੋੜ੍ਹੀ ਮਾਰੂਗਾ। ਉਹ ਦੀਵਾ ਬਾਲੇਗਾ, ਹਨੇਰਾ ਖਿੰਨ ਵਿੱਚ ਹੀ ਭੱਜ ਜਾਏਗਾ। ਦੀਵਾ ਬਲੇ ਹਨੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਜਦੋਂ ਬਾਣੀ ਦਾ ਪਠਨ ਪਾਠਨ ਕਰਾਂਗੇ ਨਾ, ਇਹ ਪਾਪਾਂ ਨੂੰ ਖਾ ਜਾਏਗੀ, ਪਵਿੱਤਰਤਾ ਪੈਦਾ ਕਰ ਦੇਵੇਗੀ। ਇਸ ਵਾਸਤੇ ਜਦੋਂ ਉਹਨਾਂ ਮਹਾਂਪੁਰਖਾਂ ਦੀ ਸਹੀ ਮਾਇਨਿਆਂ 'ਚ ਸੰਗਤ ਹੋ ਗਈ, ਉਦੋਂ ਫਿਰ ਦੁਰਮਤ ਜਿਹੜੀ ਦੂਰ ਹੋ ਜਾਂਦੀ ਹੈ। ਕਿਉਂ? ਗੁਰਮਤ ਆ ਗਈ, ਦੁਰਮਤ ਆਪਣੇ ਆਪ ਚਲੇ ਜਾਂਦੀ ਹੈ। ਵਿਸਰਾਮ ਦੇ ਕੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਹਨ। ਪੂਰਨ ਪੂਰ ਰਹਿਓ ਸੰਪੂਰਨ। ਕਮਾਲ ਕੀਤੀ ਹੈ। ਪੂਰਨ, ਪੂਰ ਰਹਿਓ ਸੰਪੂਰਨ। ਉਹ ਤਾਂ ਪੂਰਨ ਆ। ਪੂਰਨੋਵਨ ਜੀ ਚ ਅਧੂਰਾਪਨ ਨਹੀਂ। ਪੂਰਨ ਪੂਰ ਰਹਿਓ, ਸਾਰੀਆਂ ਜਗ੍ਹਾ 'ਚ ਪੂਰਨ ਹੋ ਰਿਹਾ ਹੈ। ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ, ਅਤੇ ਸੰਪੂਰਨ ਹੈ। ਉਹਦੇ 'ਚ ਅਧੂਰਾਪਨ ਹੈ ਹੀ ਨਹੀਂ। ਸਾਰੇ ਹੀ, ਹਰ ਜਗ੍ਹਾ ਹੀ, ਕੋਈ ਸਥਾਨ ਐਸਾ ਹੀ ਨਹੀਂ। ਕਈ ਕਹਿਣਗੇ ਰੱਬ ਕਿੱਥੇ ਆ, ਦਿਖਾਓ। ਇਹ ਮੂਰਖਾਂ ਦਾ ਪ੍ਰਸ਼ਨ ਹੀ ਗਲਤ ਆ। ਕੋਈ ਕਹੇ ਸੂਰਜ ਦਾ ਪ੍ਰਕਾਸ਼ ਦਿਖਾਓ, ਕਿੱਥੇ ਹੈ? ਆਕਾਸ਼ ਕਿੱਥੇ ਹੈ? ਆਕਾਸ਼ ਵਿਆਪਕ ਹੈ। ਇਹ ਪ੍ਰਸ਼ਨ ਗਲਤ ਹੈ ਕਿ ਆਕਾਸ਼ ਦਿਖਾਇਆ ਜਾਏ। ਆਕਾਸ਼ ਤਾਂ ਸਰਵੱਤਰ ਵਿਆਪਕ ਆ। ਸੂਰਜ ਦੀ ਲਾਈਟ ਸਰਵੱਤਰ ਵਿਆਪਕ ਹੈ। ਪਰਮਾਤਮਾ ਵਿਆਪਕ ਹੈ। ਜਿਹੜੀ ਚੀਜ਼ ਵਿਆਪਕ ਹੈ, ਇਹ ਪ੍ਰਸ਼ਨ ਕਰਨਾ ਗਲਤ ਹੈ ਕਿ ਰੱਬ ਕਿੱਥੇ ਹੈ। ਉਹ ਕਿਹੜੀ ਜਗ੍ਹਾ ਜਿੱਥੇ ਉਹ ਨਹੀਂ ਹੈ? ਉਹ ਤਾਂ ਹਰ ਜਗ੍ਹਾ ਹੀ ਹੈ। ਪਰ ਤੁਹਾਡੀ ਬੁੱਧੀ ਉੱਤੇ ਪੜਦਾ ਪਿਆ ਹੋਇਆ, ਅੱਖਾਂ ਦੇ ਮੋਤੀਆ ਬਿੰਦ ਉਤਰਿਆ ਹੋਇਆ, ਉਹ ਤਾਂ ਹੁਣ ਗਿਆਨ ਦੀਆਂ ਸਲਾਈਆਂ ਪਾਓਗੇ ਨਾ, ਜਾਲਾ ਧੁੰਦ ਪਰੇ ਹੋ ਜਾਊਗੀ ਅਤੇ ਦਿਸਣ ਲੱਗ ਪਏਗਾ। ਇਹ ਤਾਂ ਭਗਤ ਬੋਲੇ ਨਾ, ਸਭ ਘਟ ਰਾਮ ਬੋਲੇ, ਆਰਾਮ ਬਿਨਾ ਕੋ ਬੋਲਾ। ਇਹ ਪ੍ਰਸ਼ਨ ਮੂਰਖਾਂ ਦੇ ਆ ਕਿ ਕੁਕੜੀ ਪਹਿਲਾਂ ਸੀ ਕਿ ਆਂਡਾ ਪਹਿਲਾਂ ਸੀ। ਇਹ ਮੂਰਖਾਂ ਦੇ ਪ੍ਰਸ਼ਨ ਹਨ। ਉਹ ਪਰਮਾਤਮਾ ਸਰਵੱਤਰ ਵਿਆਪਕ ਹੈ। ਕਿ ਸਰਵੱਤਰ ਦੇਸ ਹੈ, ਕਿ ਸਰਵੱਤਰ ਭੇਸ ਹੈ। ਜ਼ਿਮੀ ਜ਼ਮਾਂ ਕੇ ਵੇਖੈ, ਸਮਸਤ ਇੱਕ ਜੋਤ ਹੈ। ਨਾ ਬਾਧ ਹੈ, ਨਾ ਘਾਟ ਹੈ, ਨਾ ਘਾਟ ਬਾਧ ਹੋਤ ਹੈ। ਸੋ ਇਸ ਵਾਸਤੇ ਉਹ ਪਰਮੇਸ਼ਰ ਤੇ ਐਸਾ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ 5 ਸਾਲ ਦੀ ਸਰੀਰਕ ਅਵਸਥਾ ਨੂੰ, ਇੱਥੇ ਸਰੀਰ ਦੀ ਅਵਸਥਾ ਦੀ ਨਹੀਂ, ਇੱਥੇ ਤਾਂ ਆਤਮ ਮੰਡਲ ਦੇ ਪ੍ਰਕਾਸ਼ ਦੀ ਗੱਲ ਹੈ। ਇਹ ਗੁਰੂ ਨਾਨਕ ਸਾਹਿਬ ਦੀ ਗੱਦੀ 'ਤੇ ਸੁਭਾਏਮਾਨ ਹੋਏ। ਕੋੜੀਆਂ ਦੇ ਕੋੜ ਦੂਰ ਕਰਨੇ, ਗੂੰਗਿਆਂ ਨੂੰ ਜਵਾਨਾਂ ਦੇਣੀਆਂ, ਪਾਗਲਾਂ ਦਾ ਪਾਗਲਪਨ ਦੂਰ ਕਰਕੇ ਬੜੇ ਬੜੇ ਸ਼ਾਸਤਰਾਂ ਦੇ ਅਰਥ ਕਰਾ ਦੇਣੇ। ਪਿੰਗਲ ਪਰਵਤ ਪਾਰ ਪਰੇ ਖਲ ਚਤਰਵ ਕੀਤਾ, ਅੰਧਲੇ ਤਿਰਪਣ ਸੂਝਿਆ ਗੁਰ ਭੇਟ ਪਨੀਤਾ। ਮਹਿਮਾ ਸਾਧੂ ਸੰਕੀ ਸੁਨੋ ਮੇਰੇ ਮੀਤਾ, ਮੈਲ ਖੋਈ ਕੁਟ ਅਗ ਹਰੇ ਨਿਰਮਲ ਭੈ ਚੀਤਾ। ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ। 8ਵੇਂ ਪਾਤਸ਼ਾਹ ਹੈਜਾ ਡਾਕੀ। ਇਹ ਬਿਮਾਰੀ ਸਾਰੀ ਦਿੱਲੀ ਵਿੱਚ ਹਜ਼ੂਰ ਪਾਤਸ਼ਾਹ ਦੀ ਕਿਰਪਾ ਦੇ ਨਾਲ ਰੋਗਾਂ ਦੀ ਨਿਵਰਤੀ। ਅੱਜ ਵੀ ਉਹ ਕੁੰਡ ਬਣੇ ਆ ਬੰਗਲਾ ਸਾਹਿਬ। ਕਿੰਨੀਆਂ ਸੰਗਤਾਂ
ਸ਼ਰਧਾ ਨਾਲ ਚਰਨਾਮਤ ਛਕਦੀਆਂ ਕਿ ਮਹਾਰਾਜ ਦੀ ਕਿਰਪਾ ਅੱਜ ਵੀ ਵਰਤ ਰਹੀ ਹੈ। ਇਹ ਕਿਰਪਾ ਕੋਈ ਇਹ ਥੋੜ੍ਹੀ ਵੀ ਉਦੋਂ ਹੀ ਸੀ, ਇਹ ਤਾਂ ਸਦਾ ਹੀ ਰਹਿਣ ਵਾਲੀ ਹੈ। ਬਖਸ਼ਿਸ਼ ਇਹ ਖਜ਼ਾਨਾ ਐਸਾ ਹੈ, ਦਰਿਆ 'ਚੋਂ ਪਾਣੀ ਕੱਢੋ ਉਹਨੇ ਮਗਰ ਪ੍ਰਵਾਹ ਹੋਈ ਜਾਂਦਾ ਨਾ। ਇਹ ਪ੍ਰਵਾਹ ਸੁੱਕਣ ਮੁੱਕਣ ਵਾਲਾ ਨਹੀਂ। ਦਰਿਆ ਤਾਂ ਹੋ ਸਕਦਾ ਸੁੱਕ ਜਾਣ, ਬੰਜਰ ਬਣ ਜਾਣ, ਪਰ ਇਹ ਗੁਰੂ ਨਾਨਕ ਸਾਹਿਬ ਦੀ ਬਰਕਤ ਦਾ ਪ੍ਰਵਾਹ ਸਦਾ ਹੀ ਰਹਿਣ ਵਾਲਾ। ਇਹ ਰਾਜਾ ਜੈ ਸਿੰਘ ਸਵਾਈ, ਇਹ ਜੋ ਬੰਗਲਾ ਸਾਹਿਬ ਸਥਾਨ ਆ ਨਾ, ਇਹ ਉਹਦਾ ਬੰਗਲਾ, ਉਹਦੇ ਮਹਿਲ ਸੀ। ਮਹਿਲਾਂ ਵਿੱਚ ਚਰਨ ਪੁਆਏ। ਰਾਣੀ ਜਿਹੜੀ ਪਟਰਾਣੀ, ਉਹ ਗੋਲੀਆਂ ਵਾਲੇ ਲੀੜੇ ਪਾ ਕੇ ਵਿੱਚ ਬਹਿ ਗਈ ਕਿ ਮਹਾਰਾਜ ਬਾਲਾ ਚੋਜੀ ਪ੍ਰੀਤਮ ਦੱਸਣ ਕਿ ਮਹਾਰਾਣੀ ਕਿਹੜੀ। ਫੁੱਲਾਂ ਦੀ ਸੋਟੀ ਹੱਥ ਵਿੱਚ ਸੀ। ਇਹ ਨਹੀਂ ਰਾਣੀ, ਇਹ ਨਹੀਂ। ਜਿਹੜੀ ਪਟਰਾਣੀ ਸੀ ਸੀਸ 'ਤੇ ਰੱਖ ਦਿੱਤੀ। ਇਹ ਪਟਰਾਣੀ ਚਰਨੀ ਡਿੱਗ ਪਈ। ਮਹਾਰਾਜ ਨੂੰ ਗੋਦੀ 'ਚ ਬਹਾਲ ਲਿਆ। ਪਾਤਸ਼ਾਹ ਕਹਿੰਦੇ ਮਾਤਾ ਜੀ ਕੀ ਇੱਛਾ? ਕਹਿੰਦੇ ਮਹਾਰਾਜ ਪੁੱਤਰ ਦੀ ਦਾਤ ਬਖਸ਼ੋ। ਕਹਿਣ ਲੱਗੇ ਕਿਹੋ ਜਿਹਾ? ਕਹਿੰਦੇ ਆਪ ਜੈਸਾ। ਕਹਿੰਦੇ ਮੇਰੇ ਵਰਗਾ ਤਾਂ ਫਿਰ ਮੈਂ ਹੀ ਹਾਂ। ਗੱਜ ਕੇ ਬੋਲੋ। ਇਹ ਜਿਹੜਾ ਫਿਰ ਉਹਦਾ ਬੰਗਲਾ ਮਹੱਲ ਸੀ ਨਾ, ਇਹ ਮਹਾਰਾਜ ਦੀ ਭੇਟ ਚੜ੍ਹਾ ਦਿੱਤਾ। ਪਹਿਲਾਂ ਦਾ ਇਕੱਲਾ ਬੰਗਲਾ ਵੀ ਸੀ ਨਾ, ਸਾਹਿਬ ਦੇ ਚਰਨ ਪੁਣ ਉਹ ਬਣ ਗਿਆ ਬੰਗਲਾ ਸਾਹਿਬ। ਇਹ ਮਹਾਰਾਜਾ ਜੈ ਸਿੰਘ ਦੇ ਮਹੱਲ ਸੀਗੇ। ਇਹ ਰਾਇਸੀਨਾ ਦੇ ਵਿੱਚ ਇਹ ਭੇਟ ਚੜ੍ਹਾ ਦਿੱਤੀ ਰਾਜੇ ਜੈ ਸਿੰਘ ਨੇ। ਅੱਜ ਉਹ ਮਹਾਰਾਜ ਦਾ ਪਵਿੱਤਰ ਸਥਾਨ ਹੈ। ਕਿੰਨੀਆਂ ਬਰਕਤਾਂ, ਕਿੰਨੀਆਂ ਸੰਗਤਾਂ। ਫਿਰ ਔਰੰਗਜ਼ੇਬ ਨੇ ਵੀ ਮਹਿਮਾ ਸੁਣੀ ਸੁਣਾਈ। ਦਰਸ਼ਨ ਲਈ ਇੱਛਾ ਜ਼ਾਹਰ ਕੀਤੀ, ਪਰ ਸਤਵੇਂ ਪਾਤਸ਼ਾਹ ਦੇ ਬਚਨ ਸੀ, ਨੈ ਮਲੇਸ਼ ਕੋ ਦਰਸ਼ਨ ਦੇ ਹੈ। ਇਹਨੂੰ ਮਲੇਸ਼ ਕਿਹਾ। ਮਾਲਿਸ਼ ਤੀ ਮਲੇਸ਼ਾ, ਜਿਹੜਾ ਮੈਲ ਭਖੇ ਉਹੀ ਮਲੇਸ਼ ਹੈ ਨਾ। ਅੱਠਵੇਂ ਪਾਤਸ਼ਾਹ ਦਾ ਵੀ ਉਹੀ ਬਚਨ ਸੀ। ਇਹ ਜਿੱਦ ਕੀਤੀ, ਦਰਸ਼ਨ ਨਹੀਂ ਕਰ ਸਕਿਆ। ਮੂਰਛਿਤ ਹੋ ਕੇ ਡਿੱਗ ਪਿਆ ਸੀ। ਇਹ ਮਹਾਰਾਜ ਨੇ ਜੋਤੀ ਜੋਤ ਸਮਾਉਣ ਦਾ ਸਿੱਖਾਂ ਵਿੱਚ ਵਿਚਾਰ ਪ੍ਰਗਟ ਕੀਤਾ। ਜਿੱਥੇ ਬਾਲਾ ਸਾਹਿਬ ਗੁਰਦੁਆਰਾ ਨਾ, ਉਹ ਮਹਾਰਾਜ ਦੇ ਨਾਂ 'ਤੇ ਹੀ ਬਾਲਾ ਸਾਹਿਬ ਆ, ਕਿਉਂਕਿ ਬਾਲਾ ਚੋਜੀ ਪ੍ਰੀਤਮ ਸੀਗੇ ਨਾ। ਬਾਲ ਅਵਸਥਾ ਵਿੱਚ ਇੱਥੇ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵੀ ਦੇ ਅਸਥਾਨ, ਉਹ ਵੀ ਇੱਥੇ ਹੀ ਸਮਾਏ ਨਾ। ਉਹਨਾਂ ਦੇ ਵੀ ਦੇਰੇ ਬਣੇ ਹੋਏ। ਉਸ ਵੇਲੇ ਭਾਈ ਬੱਠਾ ਜੀ ਦਰਗਾਹੀ ਮੱਲ ਹੋਰ ਗੁਰਦਿੱਤਾ ਜੀ ਬੇਨਤੀ ਕੀਤੀ, ਮਹਾਰਾਜ ਇੱਕ ਗੁਰੂ ਅੱਗੇ ਦੂਏ ਗੁਰੂ ਦੇ ਲੜ ਲਾ ਕੇ ਜਾਂਦੇ ਸੀ। 3 ਵਾਰੀ ਕਿਹਾ ਗੁਰੂ ਗ੍ਰੰਥ, ਗੁਰੂ ਗ੍ਰੰਥ, ਗੁਰੂ ਗ੍ਰੰਥ। ਕਹਿੰਦੇ ਮਹਾਰਾਜ ਆਪਦਾ ਬਚਨ ਸਾਤਿਆ। ਕਈ ਲੋਕ ਬਾਣੀ ਦਾ ਮਨਮਰਜ਼ੀ ਨਾਲ ਅਰਥ ਕਰਕੇ ਆਪਣਾ ਉੱਲੂ ਸਿੱਧਾ ਕਰਨਗੇ। ਸਰਗੁਣ ਸਰੂਪ ਦੀ ਵੀ ਲੋੜ ਹੈ। ਫਿਰ ਬਚਨ ਕੀਤਾ, ਬਾਬਾ ਵਸੇ ਬਕਾਲੇ, ਬਨ ਗੁਰ ਸੰਗਤ ਸਗਲ ਸੰਭਾਲੇ। ਬਚਨ ਬੜਾ ਸਪਸ਼ਟ ਸੀ, ਪਰ ਜਿਵੇਂ ਮਹਾਰਾਜ ਦੀ ਇੱਛਾ ਹਾਲੇ ਗੁਪਤ ਰਹਿਣ ਦੀ। ਕਿਉਂ ਬਾਬਾ ਗੁਰਦਿੱਤਾ ਸਾਹਿਬ ਜੀ, ਬਾਬਾ ਅਟਲ ਰਾਏ, ਬਾਬਾ ਸੂਰਜ ਮੱਲ ਜੀ, ਬਾਬਾ ਅਣੀ ਰਾਏ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਭਰਾ ਸਨ। ਬਾਬਾ ਗੁਰਦਿੱਤਾ ਮਹਾਰਾਜ ਦੇ ਬਾਬੇ ਲੱਗਦੇ ਸੀ, ਅਤੇ ਗੁਰੂ ਤੇਗ ਬਹਾਦਰ ਸਾਹਿਬ ਵੀ ਬਾਬੇ ਲੱਗੇ ਨਾ। ਬਾਬਾ ਵਸੇ ਬਕਾਲੇ, ਵੀ ਸਾਡੇ ਜਿਹੜੇ ਬਾਬੇ ਲੱਗਦੇ ਉਹ ਬਕਾਲੇ ਰਹਿ ਰਹੇ ਆ। ਪਰ ਉਹ ਮਹਾਰਾਜ ਦੀ ਆਪਣੀ ਲੀਲਾ।
27 ਸਾਲ 9 ਮਹੀਨੇ 9 ਦਿਨ 9 ਘੜੀਆਂ 9 ਪਲ ਇੱਥੇ ਸਮਾਂ ਬਤੀਤ ਕੀਤਾ। ਭੋਰਾ ਸਾਹਿਬ ਦਾ ਵੀ ਸਥਾਨ ਹੈ ਜਿੱਥੇ ਮਹਾਰਾਜ ਆਨੰਦ ਸਰੂਪ 'ਚ ਬੈਠਦੇ ਸੀ, ਨਿਜ ਆਨੰਦ ਵਿੱਚ ਲੀਨ ਹੁੰਦੇ ਸੀ। ਬਾਬਾ ਦੀਪ ਸਿੰਘ ਦਾ ਭੋਰਾ ਵੀ ਹੈ ਦਮਦਮਾ ਸਾਹਿਬ ਪਿੱਛੇ ਜਿਹਾ। ਤਾਂ ਇਹਦੇ ਤੋਂ ਕਈਆਂ ਨੂੰ ਬੜੀ ਐਲਰਜੀ ਹੁੰਦੀ ਰਹੀ ਹੈ, ਬੜਾ ਪ੍ਰਚਾਰ ਕਰਦੇ ਰਹੇ ਉਲਟ ਪੁਲਟ। ਸੋ ਸਾਧ ਸੰਗਤ ਜੀ ਆਪ ਘਰਾਂ 'ਚ ਸੇਲੇ ਸੂਲੇ ਬਣਾਈ ਬੈਠੇ ਹੈ, ਉੱਥੇ ਬਹਿ ਕੇ ਸ਼ਰਾਬਾਂ ਕਬਾਬਾਂ ਹੋਰ ਕੁੱਤਪੁਣਾ ਕਈ ਕੁਛ ਕਰਦੇ ਆ। ਅਤੇ ਜੇ ਭੋਰੇ 'ਚ ਬਹਿ ਕੇ ਕੋਈ ਬੰਦਗੀ ਕਰਦਾ ਇਹਨਾਂ ਲੋਕਾਂ ਨੂੰ ਕਿੰਤੂ ਪਰੰਤੂ ਫੁਰਦੀ। ਐਸੇ ਮਨਮੁਖ ਲੋਕ ਮਹਾਰਾਜ ਮੌਜ ਦੇ ਮਾਲਕ ਹੈ, ਸਿੰਘਾਸਣਾਂ 'ਤੇ ਬੈਠਣ, ਭੋਰਿਆਂ 'ਚ ਬੈਠਣ, ਜਿੱਥੇ ਮਰਜ਼ੀ ਸਜਣ। ਉਹ ਸੁਤੰਤਰ ਹੈ। ਜਿੱਥੇ ਜਾਏ ਵਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਆਰਾਮ ਰਾਜੇ। ਸੋ ਸਤਿਗੁਰ ਸੱਚੇ ਪਾਤਸ਼ਾਹ ਦੇ ਇਸ ਬਚਨ ਨਾਲ ਬਹੁਤਿਆਂ ਨੂੰ ਤਾਂ ਮੌਕਾ ਹੀ ਬਣ ਗਿਆ। ਉਹ ਫਿਰ ਉੱਥੇ ਬਣ ਕੇ ਬਹਿ ਗਏ। ਫਿਰ ਮੱਖਣ ਸ਼ਾਹ ਲਵਾਣੇ ਦੁਆਰਾ ਜਹਾਜ਼ ਬੰਨੇ ਲਾਇਆ ਅਤੇ ਮਹਾਰਾਜ ਨੇ ਫਿਰ ਦਰਸ਼ਨ ਦੀਦਾਰ ਬਖਸ਼ੇ। ਉੱਥੋਂ ਗੁਰਤਾ ਗੱਦੀ ਦਾ ਜੋ 5 ਪੈਸੇ ਨਲੇਰ ਚੰਦਨ ਕੇਸਰ ਭੇਟਾ ਸੀ, ਇਹਨਾਂ ਗੁਰਸਿੱਖਾਂ ਰਾਹੀਂ ਭੇਜੀ ਗਈ ਸੀ। ਅਤੇ ਮਾਤਾ ਨਾਨਕੀ ਜੀ ਭਾਈ ਨਿਹਾਲ ਜੀ ਮਹਾਰਾਜ ਦੀ ਸੇਵਾ ਵਿੱਚ ਹੁੰਦੇ ਸੀ, ਬਾਬੇ ਬਕਾਲੇ। ਸੋ ਇਸ ਵਾਸਤੇ ਮਹਾਰਾਜ ਦਾ ਜੋਤੀ ਜੋਤ ਸਮਾਉਣ ਦਾ 8ਵੇਂ ਪਾਤਸ਼ਾਹ ਜੀ ਦਾ ਅਤੇ 9ਵੇਂ ਦਾ ਇਹ ਗੁਰਤਾ ਗੱਦੀ ਦਾ ਪ੍ਰਸੰਗ ਵੀ ਚੱਲ ਰਿਹਾ। ਸੋ ਆਓ ਜੋ ਲੜੀਵਾਰ ਵਿਚਾਰ ਇੱਧਰ ਸੁਰਤੀ ਜੋੜੀਏ। ਪੂਰਨ ਪੂਰ ਰਹਿਓ ਸੰਪੂਰਨ। ਉਹ ਪੂਰਨ ਆ, ਪੂਰਨਮਿਦਾ, ਪੂਰਨਮਿਦੰ, ਪੂਰਨਮਾਤ, ਪੂਰਨਮੁਦੁਚਤੇ, ਪੂਰਨਸਯ ਪੂਰਨਮਾਦਾਏ, ਪੂਰਨਮੇਵ ਅਵਸ਼ਿਸ਼ਯਤੇ। ਉਹ ਤਾਂ ਤਿੰਨਾਂ ਕਾਲਾਂ 'ਚ ਹੀ ਪਰਿਪੂਰਨ ਆ, ਸੰਪੂਰਨ, ਜਿਹਦੇ 'ਚ ਕੋਈ ਕਮੀ ਦੀ ਗੁੰਜਾਇਸ਼ ਹੀ ਨਹੀਂ ਹੈ, ਸੰਪੂਰਨ ਹੈ। ਸਤਿਗੁਰ ਸੱਚੇ ਪਾਤਸ਼ਾਹ ਸਾਰੀਆਂ ਜਗ੍ਹਾ 'ਚ ਪੂਰ ਰਹੇ ਹੈ, ਵਿਆਪਕ ਸਰੂਪ ਹੋ ਰਹੇ ਹੈ। ਜਿਵੇਂ ਮਿਸ਼ਰੀ ਦੇ ਕਣ ਕਣ ਵਿੱਚ ਮਿਠਾਸ, ਸੂਰਜ ਦੀ ਹਰ ਕਿਰਨ ਪ੍ਰਕਾਸ਼ਮਈ ਹੈ, ਇਸ ਤਰ੍ਹਾਂ ਨਿਰੰਕਾਰ ਦੀ ਜੋਤ ਹਰ ਜਗ੍ਹਾ ਵਿੱਚ ਪੂਰਨ ਹੋ ਰਹੀ ਹੈ। ਸੀਤਲ ਸਾਖ ਦਇਆ ਦਈ। ਸੀਤਲਤਾ, ਸ਼ਾਂਤੀ, ਉਹ ਦਿਆਲੂ ਜੀ 'ਤੇ ਕਿਰਪਾ ਕਰਦਾ ਹੈ, ਗੁਣ ਦੇ ਦਿੰਦਾ। ਕਿੰਨੀ ਸ਼ਾਂਤੀ। ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਦਾ ਬੰਦ ਘੱਟ ਹੋ ਰਿਹਾ। ਇੰਨੀ ਕਲਾ ਸੀ, ਜੋ ਮਰਜ਼ੀ ਕਰ ਸਕਦੇ ਸੀ, ਪਰ ਦੇਹ ਅਧਿਆਸ ਤੋਂ ਉੱਪਰ ਉੱਠ ਗਏ। ਉਹਦਾ ਚਿੰਤਨ ਕਰਦੇ ਕਰਦੇ ਉਹਦਾ ਸਰੂਪ ਹੀ ਇਹ ਫੁਰਨਾ ਹੀ ਨਹੀਂ ਪੈਦਾ ਹੋਇਆ ਸਾਡੇ ਨਾਲ ਕੋਈ ਇਉਂ ਕਰ ਰਿਹਾ ਕਰਾ ਰਿਹਾ। ਪਰ ਤ੍ਰਿਨਾਂ ਦੇ ਕਿਹਾ ਕਿ ਮੇਰੀ ਐਸੀ ਵਧੇ ਅਵਸਥਾ ਕਦੋਂ ਹੋਏਗੀ, ਹਰਨ ਸਿੰਘਾਂ ਨਾਲ ਮੇਰੇ ਸਰੀਰ 'ਤੇ ਖਾਜ ਕਰਨ, ਮੈਨੂੰ ਪਤਾ ਹੀ ਨਾ ਲੱਗੇ। ਪਰ ਇੱਧਰ ਗੁਰਸਿੱਖਾਂ ਦਾ ਜੀਵਨ ਕਮਾਲ ਹੈ। ਬੰਦ ਘੱਟ ਹੋ ਰਿਹਾ, ਆਰੇ ਫਿਰ ਰਹੇ, ਖੋਪਰੀਆਂ ਲੈ ਰਹੀਆਂ, ਚਰਖੜੀਆਂ ਦੇ ਤੂੰਬੇ ਹੋਣ 'ਤੇ ਵੀ ਉਹਨਾਂ ਦੇ ਮਨ 'ਚ ਕੋਈ ਰੰਜ, ਕੋਈ ਸ਼ੰਕਾ, ਜਾਂ ਇਹ ਵੀ ਫਰਿਆਦ ਨਹੀਂ ਕੀਤੀ ਸਾਡੀ ਰੱਖਿਆ ਕਰੋ। ਅਤੇ ਜੇ ਉਹ ਕਰਦੇ ਰੱਖਿਆ ਹੋ ਵੀ ਜਾਣੀ ਸੀ, ਪਰ ਉਹਨੇ ਇਹ ਫਰਿਆਦ ਹੀ ਨਹੀਂ ਕੀਤੀ ਸਾਡੀ ਰੱਖਿਆ ਕਰੋ। ਕਹਿੰਦੇ ਜਦ ਹੈ ਇਹ ਭਾਣੇ ਵਿੱਚ ਆ ਅਤੇ ਫਿਰ ਇਹ ਵੀ ਗੱਲ ਕਾਹਦੇ ਲਈ ਕਰਨੀ। ਇਸ ਕਰਕੇ ਗੁਰਸਿੱਖ ਦਾ ਦਰਜਾ ਸਭ ਨਾਲੋਂ ਮਹਾਨ ਕਿਹਾ ਗਿਆ ਹੈ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ ਕਿਹਾ। ਪਹਿਲਾਂ ਸਾਰੇ ਗਿਣੇ ਗਣਾਏ ਨਾ,
ਇਹਨਾਂ ਦਾ ਦਰਜਾ ਤਾਂ ਬਹੁਤ ਵੱਡਾ। ਹਾਂਜੀ, ਪੜ੍ਹੋ, ਬੋਲੋ ਪੰਗਤੀ। ਕਾਮ ਕ੍ਰੋਧ ਤ੍ਰਿਸ਼ਨਾ ਅਹੰਕਾਰਾ। ਇਹ ਪੰਜੇ ਵਿਕਾਰ ਜਿਹੜੇ ਕਾਮਨਾਵਾਂ, ਜੇਤੀ ਮਨ ਕੀ ਕਾਮਨਾ ਕਾਮ ਕਹਾਵੈ ਸੋਏ। ਕੱਲਾ ਵਿਸ਼ੇ ਭੋਗ ਨਹੀਂ, ਜਿੰਨੀਆਂ ਮਨ ਦੀ ਕਾਮਨਾ ਉਹ ਸਾਰੀਆਂ ਕਾਮ ਆ। ਕ੍ਰੋਧ, ਲੋਭ, ਮੋਹ, ਹੰਕਾਰਾ, ਇਹ ਪੰਜੇ ਵਿਕਾਰਾਂ ਨੇ ਜੀਵ ਨੂੰ ਉੱਲੂ ਬਣਾਇਆ ਹੋਇਆ। ਇਹ ਬਾਂਦਰ ਮੂੰਹ ਨਚਾਈ ਫਿਰਦੇ ਆ। ਇਹ ਜਿੰਨੇ ਵੀ ਵਿਕਾਰ ਹਨ, ਤਨ ਤੇ ਹੋਏ ਸਗਲ ਖਾਈ। ਜਦੋਂ ਗੁਰੂ ਨੇ ਕਿਰਪਾ ਕਰ ਦਿੱਤੀ ਨਾ, ਸਰੀਰ ਵਿੱਚੋਂ ਵੀ, ਮਨ ਵਿੱਚੋਂ ਵੀ, ਬੁੱਧੀ ਵਿੱਚੋਂ ਵੀ ਸਾਰੇ ਖਈ ਮੈਨੇ ਨਾਸ ਹੋ ਗਏ। ਕਈ ਸਰੀਰ ਕਰਕੇ ਤਾਂ ਬਚ ਆ ਜਾਂਦੇ ਆ, ਚੰਗੀ ਸੰਗਤ ਦੀ ਬਾੜ 'ਚ ਰਹਿੰਦੇ ਆ, ਪਰ ਮਨ ਅੰਦਰ ਫੁਰਨਾ ਬਣਿਆ ਰਹਿੰਦਾ, ਬੁੱਧੀ ਅੰਦਰ ਭਾਵ ਚੇਸ਼ਟਾ ਬਣੀ ਰਹਿੰਦੀ ਹੈ। ਸੁਪਨੇ ਦੇ ਵਿੱਚ ਵੀ ਵਿਕਾਰ ਆਪਣਾ ਪ੍ਰਭਾਵ ਬਣਾਉਂਦੇ ਰਹਿੰਦੇ ਹੈ। ਦ੍ਰਿਸ਼ਟੀ ਵਿੱਚ ਵੀ, ਸਰੋਤ ਵਿੱਚ ਵੀ, ਸਪਰਸ਼ ਵਿੱਚ ਵੀ। ਪੰਜੇ ਵਿਸ਼ੇ ਹਨ, ਸ਼ਬਦ, ਸਪਰਸ਼, ਰੂਪ, ਰਸ, ਗੰਧ। ਸਿਲਮਿਆਂ ਸੁਲਮਿਆਂ 'ਚ ਜਾ ਕੇ ਉਹ ਆਸ਼ਕੀ ਮਸ਼ੂਕੀ ਦੇ ਗੀਤ ਸ਼ਬਦ ਸੁਣ ਕੇ ਉਹਦੇ ਵਿੱਚੋਂ ਰਸ ਲੈਂਦੇ ਨਾ ਵਿਕਾਰਾਂ ਦਾ, ਸਪਰਸ਼ ਦਾ, ਰੂਪ ਦੇਖਣ ਦਾ, ਰਸ, ਗੰਧ ਆਦਿਕ। ਇਹ ਪੰਜੇ ਵਿਕਾਰ ਆ। ਸ਼ਬਦ ਆਕਾਸ਼ ਦਾ ਵਿਸ਼ਾ ਹੈ, ਸਪਰਸ਼ ਬਾਜੂ ਦਾ, ਰੂਪ ਅੱਗ ਦਾ, ਰਸ ਪਾਣੀ ਦਾ, ਗੰਧ ਧਰਤੀ ਦੀ। ਪੰਜ ਤੱਤ, ਪੰਜਾਂ ਦੇ ਸੂਖਸ਼ਮ ਵਿਸ਼ੇ, ਪੰਜ ਤਨ ਮਾਤਰਾ ਮਹਾਂਪੁਰਖਾਂ ਦੀ ਬੋਲੀ ਵਿੱਚ। ਇਹ ਤੇ ਜਿੰਨਾ ਸੰਸਾਰ ਆ ਸਾਰਾ ਇਹਨਾਂ ਦੇ ਅਧੀਨ ਆ। ਆ ਜਿੰਨਾ ਪਾਪੜ ਵੇਲਦੇ ਆ ਇਹਨਾਂ ਵਾਸਤੇ ਹੀ ਆ। ਮਾਇਆ ਕਮਾ ਲਈ, ਚੰਗੇ ਪਦਾਰਥ ਚਟਪਟੇ ਛਕ ਛਕਾ ਲਏ, ਵਿਸ਼ੇ ਵਿਕਾਰ ਭੋਗ ਲੈ, ਬਸ ਦੁਨੀਆ ਇਸੇ ਨੂੰ ਸਭ ਕੁਝ ਮੰਨੀ ਬੈਠੀ ਹੈ। ਆ ਜਗ ਮਿੱਠਾ ਅਗਲਾ ਕਹਿਣ ਡਿੱਠਾ। 4 ਦਿਨ ਦੀ ਚਾਂਦਨੀ ਫੇਰ ਅੰਧੇਰੀ ਰਾਤ। ਉਹ ਇੱਥੇ ਕੇ ਖੜੇ ਨਾ, ਬਸ ਖਾਓ ਪੀਓ ਮੌਜ ਅੜਾਓ। ਇਹਨਾਂ ਨੂੰ ਪਤਾ ਨਹੀਂ ਵੀ ਜੀਵਨ ਤਾਂ ਕੋਈ ਹੋਰ ਚੀਜ਼ ਆ। ਇੱਕ ਜੀਵਨ ਤਾਂ ਇਹ ਮਾਂ ਪਿਓ ਤੋਂ ਮਿਲ ਗਿਆ ਨਾ, ਜਾਂ ਸਮਾਜਿਕ ਲੋਕ ਜਾਂ ਰਾਜਨੀਤਿਕ ਲੋਕ ਕਿੰਨੇ ਪਾਪੜ ਵੇਲਦੇ ਆ ਕੁਰਸੀਆਂ ਵਾਸਤੇ। ਉਹ ਪਰਮਾਰਥੀ ਜੀਵਨ ਤੇ ਵੱਖਰਾ। ਉਹ ਤਾਂ ਮਹਾਂਪੁਰਖਾਂ ਦੀ ਸੰਗਤ ਤੋਂ ਸੂਝ-ਬੂਝ ਆਉਂਦੀ ਹੈ। ਜਬ ਤੇ ਪੇਟੇ ਸਾਧ ਦਿਆਰਾ, ਤਬ ਤੇ ਦੁਰਮਤ ਦੂਰ ਪਈ। ਖੋਟੀ ਮੱਤ ਦੂਰ ਹੁੰਦੀ ਹੈ। ਇਹ ਜਿਹੜੇ ਪੰਜ ਵਿਕਾਰ, ਫਿਰ ਬੋਲੋ। ਕਾਮ ਕ੍ਰੋਧ ਤ੍ਰਿਸ਼ਨਾ ਅਹੰਕਾਰਾ। ਇਹ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਮਾਇਆ ਪਦਾਰਥਾਂ ਦੀ ਤ੍ਰਿਸ਼ਨਾ ਦਿਨ ਰਾਤ ਭਟਕਣਾ ਲੱਗੀ ਹੋਈ। ਤਨ ਤੇ ਹੋਏ ਸਗਲ ਖਾਈ। ਜਦੋਂ ਫਿਰ ਸੰਗਤ ਹੁੰਦੀ ਹੈ ਨਾ, ਉਹ ਤਨ ਤੋਂ ਸਾਰੀ ਖਈ ਮੈਨੇ ਨਾਸ ਹੋ ਜਾਂਦੀ ਹੈ। ਇੱਕ ਤਾਂ ਖਈ ਰੋਗ ਹੈ ਨਾ, ਦਮਾ ਹਰ ਵੇਲੇ ਘੂੰ ਕਰੀ ਜਾਂਦਾ, ਨਾ ਦਿਨ ਚੈਨ ਨਾ ਰਾਤ। ਇਹ ਤ੍ਰਿਸ਼ਨਾਲੂ ਬੰਦੇ ਦਾ ਵੀ ਇਹ ਹਾਲ ਹੈ ਨਾ। ਉਹਦੇ ਮਨ ਨੂੰ ਸ਼ਾਂਤੀ ਤੇ ਨਹੀਂ, ਭਟਕਣਾ ਤੇ ਨਹੀਂ। ਮਾਇਆ ਵਾਸਤੇ, ਪਦਾਰਥਾਂ ਵਾਸਤੇ, ਕਿਤੇ ਉੱਚੀ ਪਦਵੀ ਵਾਸਤੇ ਕੀ ਕੁਝ ਕਰ ਰਿਹਾ। ਕੁਰਸੀ ਦੇ ਨਸ਼ੇ ਵਿੱਚ ਸਭ ਸੁੱਖ ਆਰਾਮ ਭੁੱਲ ਜਾਂਦੇ ਆ ਵੀ ਪਰਜਾ ਦਾ ਵੀ ਕੋਈ ਫਰਜ਼ ਹੈ। ਅੰਦਰ ਮਹਿਲਾਂ ਕੇ ਤੂੰ ਬੈਠਾ ਹੈ ਜਾਏ,
हरमा से केले खुशबूई हवाए। पर यह है तो 4 दिन का ठाठा बागा ही है। चलते कबूतर जनावर की छाओ, कहते खा कूए कोई पूछे ना नाओ, ये भुल जाते हैं। वो कोई राजा फौज चढ़ा के तुरया, संत आ गया किधर जा रहे हैं, अखे दूए राजे का राज दबाउण वास्ते। कहते गारंटी हैगी जितेगा, हार भी सकदा, तू मर भी सकदा। वो महापुरखों के बचन सोझी आ गई, मराग हो गया। कहते लो तुसीं राज संभो, मैं हुण बंदगी करांगा। वो बंदगी करन चले गया। संतां ने थां थां लंगर लाते, छेत्र लाते। वो गुआढ़ी राजे नूं पता लगा भी संत तैयों उन फौज चढ़ाती। कहंदे इन्ना तरद्दद काहली करदा, आ लै सांभ। 4 दिन हलवा मुंडा वो खा गया, 4 दिन तू खा ला। वो कमाई वाले सी, उहदे ते भी बचन का बड़ा असर होया, चरण ही डिग पिया। वो कहंदे काहले इन्नियां लड़कियां बेवा करदे हैं, काहदे लई बच्चे यतीम करदे हैं, खून खराबा करदे हैं। ये 4 दिन का ठाठा बागा जिहा तां हैगा, पर जदों सत्ता आ जाती है इनसान नूं सब कुछ भुल भुला जाता। वो तो समझदा हुण मैं ही हाँ, दूजा तो कोई है ही नहीं। दोयां तो फिर कीड़ियां कढ ही समझते हैं। परजा पिटदी है, कोई आवाज़ सुनदा उन्हां दी, वो परजा दियां वोटां वाटां लैके कुर्सियां करसियां ते बह जाते हैं। कोई तप तुप तो इन्हां दा है नहीं। तो परजा आंदी ज्ञान बिन कूड़क सत मुखों अलाई वाली गल बनी। वो भी नशियां च धुत हो के फिर वोटां पाई जाते हैं। जिले फिर सत्ता नूं पा के कुहाड़ा चुकते हैं, फिर हुंदे चीकते हैं। ये बीज तो परजा आपे ही बीजदी ना, उस वेले सोचते नहीं कि जिन्होंने सत्ता दे रहे हैं ये किहड़ी औकात दे मालक है। क्योंकि माड़े नूं सत्ता दे दईए ना, उन्हें भला काम थोड़ी करना, उन्हें यही कुछ करना हुंदा। सो इस वास्ते महाराज कहंदे है कि जदों किसी पूरे की संगत मिल जाए, ये 5 विकार तन तो मन तो बुद्धि तो खई मैंने नाश हो जाते। ये बंदे का नाश कर रहे हैं। तो बंदा इन्हां विषय विकारां नूं भोग के समझदा मैं सुख लै रहा, वो जीवन बर्बाद कर रहा। भरतरी जी कहते ने भुगता जान भोग मैं भोगे, उल्टो भोग्यो गया मैं आप। मैं इन्हों भोगिया सी, इन्होंने मैनू भोग लिया, जीवन बर्बाद हो गया ना। इस वास्ते ये तन विचों मन विचों बुद्धि चों जदों महापुरखों की संगत करके शब्द की कमाई करदा नाश हो जाते हैं। सत संतोख दया धर्म सुच। फिर संतां की संगत तो की मिलता, लोगों की संगत तो हाहे मिलणगे, कामियां तो काम ही मिलूगा, लोभियां तो लोभ मिलू, क्रोधियां तो क्रोध मिलू, हंकारियां तो हंकार मिलू, मोह वालियां तो मोह दीयां गल्लां, तृष्णालुआं तो तृष्णा ही मिल जूगी। होर की मिलूगा इन्हां लोगों तो। जिले महापुरखों की संगत करो, सत संतोख दया धर्म धीरज बैराग करुणा मैत्री मुदता अपेक्षा, जिन्ने शुभ गुण हैं ना उन्हां दी प्राप्ति हुंदी है। संतन ते एह मत लई। ये मत संतां तो मिलती है, महापुरुषों तो मत मिलती है। एक दुआबे दे विच डाकू होया, वो संत गए तो अंब जिहा थले खड़ गया। वो एक मुसलमान डाकू सी, ਉਹਦੀ ਉਹ ਸੰਗਤ ਨਾਲ ਇੱਧਰ ਤੁਰ ਪਿਆ।
ਉਹ ਸੰਤਾਂ ਨੂੰ ਦੇਖ ਕੇ ਥੋੜ੍ਹਾ ਜਿਹਾ ਸ਼ਰਮਿੰਦਾ ਜਿਹਾ ਹੋ ਕੇ ਤੇ ਉੱਥੇ ਖੜ੍ਹ ਗਿਆ। ਸੰਤਾਂ ਨੇ ਜਾ ਕੇ ਜੱਫੀ 'ਚ ਲੈ ਲਿਆ, ਇੱਥੋਂ ਕਿਉਂ ਖੜ੍ਹ ਗਿਆ? ਕਹਿੰਦੇ ਮਹਾਰਾਜ ਜਾਣਦੇ ਹੀ ਆ, ਸਾਡਾ ਰਸਤਾ ਹੀ ਹੋ ਰਿਹਾ। ਕਹਿੰਦੇ ਤੇਰਾ ਰਸਤਾ ਇਹ ਹੈ, ਸਾਡਾ ਰਸਤਾ ਇਹ ਹੈ। ਉਹ ਸੰਤਾਂ ਨੇ ਕਿਰਪਾ ਕਰਤੀ, ਜੀਵਨ ਪਲਟ ਦਿੱਤਾ। ਅੱਗੇ ਲੋਕਾਂ ਦੇ ਜੀਵਨ ਦਾ ਘਾਤ ਕਰਦਾ ਸੀ ਨਾ, ਹੁਣ ਰੱਖਿਆ ਕਰਨ ਵਾਲਾ ਬਣ ਗਿਆ। ਸ਼ਕਤੀ ਸੀ, ਉਹਦਾ ਦੁਰਉਪਯੋਗ ਹੋ ਰਿਹਾ ਸੀ। ਦਰਿਆ ਦਾ ਪਾਣੀ ਹੜ੍ਹ ਬਣ ਕੇ ਨੁਕਸਾਨ ਕਰਦਾ ਹੈ। ਡੈਮ ਬਣਾ ਲਿਆ ਜਾਏ, ਨਹਿਰਾਂ ਕੱਢ ਲਈਆਂ ਜਾਣ, ਪਾਣੀ ਉਹੋ ਹੀ ਹੈ ਨਾ। ਜੀਵਨ ਉਹੋ ਹੀ ਹੈ। ਜਦੋਂ ਮਹਾਂਪੁਰਖ ਦੀ ਸੰਗਤ ਮਿਲਦੀ ਹੈ, ਜੀਵਨ ਵਿੱਚ ਪਲਟਾ ਆ ਜਾਂਦਾ ਹੈ, ਬਦਲਾਅ ਆ ਜਾਂਦਾ ਹੈ। ਇਹ ਸੰਤਾਂ ਦੀ ਸੰਗਤ ਦਾ ਫਲ ਹੁੰਦਾ ਹੈ। ਹਾਂਜੀ। ਸਤ ਸੰਤੋਖ ਦਇਆ ਧਰਮ ਸੁਚ। ਸਤ ਵੀ ਆ ਗਿਆ, ਸੰਤੋਖ ਵੀ ਆਇਆ, ਦਇਆ ਵੀ ਆ ਗਿਆ ਅਤੇ ਸੋਚ ਵੀ ਆ ਗਈ। ਹੁਣ ਸੋਚ ਹੈਗੀ ਲੋਕਾਂ ਦੇ, ਜਾਂ ਵਿਆਹ ਸ਼ਾਦੀਆਂ ਦੇ ਵੱਲੋਂ ਘਰਾਂ 'ਚ ਪਾਠ ਕਰਾ ਲੈਂਦੇ ਆ, ਅੰਦਰ ਭਾਈ ਜੀ ਭੋਗ ਪਾਉਂਦੇ ਹੁੰਦੇ ਆ, ਬਾਹਰ ਮੇਚ ਲਾਏ ਹੁੰਦੇ ਆ, ਸਣੇ ਮੌਜੇ ਟੋਪੀ ਖਦਾ ਬਣੇ ਹੁੰਦੇ ਆ, ਡੋਂਗੇ ਰੱਖੇ ਹੁੰਦੇ ਆ, ਅਤੇ ਖਾਂਦੇ ਆ ਕਿ ਨਹੀਂ? ਕੋਈ ਪਾਠ ਸੁਣ ਜਾਂਦਾ ਜਿਹਨਾਂ ਨੂੰ ਸੱਦਦੇ ਆ, ਇਹ ਉਹ ਬਾਹਰ ਲਚਗੜੀਚੀਆਂ ਮਾਰਦੇ ਆ। ਇਹ ਹਾਲ ਆ। ਜਿਹੜੇ ਭੋਗ ਪੈ ਗਿਆ, ਭਾਈ ਜੀ ਹੁਣ ਬਾਬੇ ਨੂੰ ਗੁਰਦੁਆਰੇ ਛੱਡਿਓ। 3 ਦਿਨ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੀ, ਹੁਣ ਬਾਬਾ ਹੀ ਰਹਿ ਗਿਆ, ਜੀ ਵੀ ਨਹੀਂ ਹੈਗਾ। ਅਤੇ ਜਿਹੜੀ ਬੈਠਕ 'ਚ ਪਾਠ ਰੱਖਿਆ ਸੀ, ਸੋਫੇ ਡਾਲਾ, ਉੱਥੇ ਕੁੱਕੜ ਮੁਰਗਾ ਸ਼ਰਾਬਾਂ ਦੇ ਦੌਰ ਸ਼ੁਰੂ ਹੋ ਗਏ। ਆਹ ਕੰਮ ਚੱਲ ਰਿਹਾ ਅੱਜ ਕੱਲ੍ਹ। ਕੋਈ ਬਿਰਲੇ ਹੈ ਜਿੱਥੇ ਕੋਈ ਭੈ ਅਦਬ ਜਾਂ ਸਤਿਕਾਰ ਪਿਆਰ, ਕੋਈ ਪੰਗਤ ਸੰਗਤ ਵਾਲੀ ਮਰਜ਼ਾਦਾ, ਇਹੋ ਜਿਹਾ ਕੋਈ ਅਦਬ ਹੈ ਹੀ ਨਹੀਂ। ਉਵੇਂ ਕਹਿਣਗੇ ਪਹਿਲੇ ਪੰਗਤ ਪਾਛੇ ਸੰਗਤ। ਉਹ ਤਾਂ ਅਕਬਰ ਸੀ ਨਾ ਜਿਹੜਾ ਪੰਗਤ 'ਚ ਬਹਿ ਕੇ ਖਾਂਦਾ ਸੀ। ਅਸੀਂ ਤਾਂ ਹੁਣ ਅਕਬਰ ਦੇ ਵੀ ਪਏ ਬਣੇ ਬੈਠੇ ਹਾਂ। ਕਹਿੰਦੇ ਜੀ ਉਦੋਂ ਤਾਂ ਕੁਰਸੀਆਂ ਕਰਸੀਆਂ ਨਾ ਸੁਣਦੀਆਂ, ਉਹ ਐਡਾ ਵੱਡਾ ਸਮਰਾਟ ਸੀ, ਉਹਦੇ ਕੋਲ ਤਖਤ ਸਨ, ਸੋਨੇ ਦੀਆਂ ਕੁਰਸੀਆਂ, ਸੋਨੇ ਦੇ ਮੇਜ਼, ਹੀਰੇ ਜਿਹੜੇ ਹੈਗਾ ਸੀ। ਪਰ ਧੰਨ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ 'ਚ ਹੁਣ ਤਾਂ ਪੇਸ਼ ਨਹੀਂ ਜਾਂਦੀ, ਨਹੀਂ ਗੁਰਦੁਆਰੇ ਕੁਰਸੀਆਂ ਡਾਹ ਕੇ ਬਹਿ ਜਾਣ। ਵਿਦੇਸ਼ਾਂ 'ਚ ਤਾਂ ਹਾਲੇ ਵੀ ਚੱਲੀ ਜਾਂਦਾ ਕਈ ਗੁਰਦੁਆਰਿਆਂ 'ਚ, ਕਈਆਂ ਨੇ ਤਾਂ ਮੰਨ ਲਿਆ, ਕਈ ਆਪਣੇ ਹੰਕਾਰ ਹਉਮੈ ਨੂੰ ਪੱਠੇ ਪਾਈ ਜਾਂਦੇ ਆ। ਇਸ ਵਾਸਤੇ ਗੁਰੂ ਘਰ ਤਾਂ ਦਾਸ ਬਣ ਕੇ ਬਹਿਣਾ, ਜਿੱਥੇ ਕੋਈ ਪਦਵੀ ਆ ਉੱਥੇ ਬੈਠੀ ਜਾਓ ਕੁਰਸੀਆਂ ਕਰਸੀਆਂ 'ਤੇ। ਪਰ ਹੁਣ ਤਾਂ ਇਹੀ ਹਾਲ ਹੈ। ਸੋ ਇਸ ਵਾਸਤੇ ਮਹਾਰਾਜ ਸਮੱਤ ਹੀ ਬਖਸ਼ਿਸ਼ ਕਰਨ, ਜੋ ਸਾਡਾ ਢਾਂਚਾ ਬਣਿਆ ਹੋਇਆ, ਸੇਵਾ ਵਾਲੀ, ਸਿਮਰਨ ਵਾਲੀ, ਸਤਸੰਗ ਵਾਲੀ, ਨਿਮਰਤਾ ਵਾਲੀ, ਸ਼ਰਧਾ ਭਗਤੀ ਵਾਲੀ ਗੱਲ ਤਾਂ ਉੱਡਦੀ ਜਾਂਦੀ ਹੈ। ਇਹਨਾਂ ਚੀਜ਼ਾਂ ਨਾਲ ਬਰਕਤ ਮਿਲਣੀ ਸੀ, ਉਹ ਚੀਜ਼ਾਂ ਖਤਮ ਹੋ ਗਈਆਂ। ਨਾ ਸਤ ਰਿਹਾ, ਨਾ ਸੰਤੋਖ ਰਿਹਾ, ਨਾ ਦਇਆ, ਨਾ ਧਰਮ, ਨਾ ਕੋਈ ਸੋਚਮ। ਆਹ ਹੁਣ ਮੂੰਹ ਸਿਰ ਮਨਾਉਂਦੇ ਆ, ਉਹੀ ਕੂਚੀ ਹੈ, ਉਹੀ ਸੇਫਟੀ ਹੈ, ਉਹੀ ਉਹ ਸਾਬਣ ਦੀ ਟਾਕੀ ਜਿਹੀ ਹੈ, ਉਹੀ ਪਾਣੀ ਹੈ। ਉਹ ਭੇ ਕੇ ਮੂੰਹ 'ਤੇ ਫੇਰਦਾ, ਚੰਬਲ ਲਾਲ ਦੇ ਵੀ, ਖਾਜ ਵਾਲੇ ਦੇ ਵੀ, ਪਾਂ ਵਾਲੇ ਦੇ ਵੀ, ਏਡ ਵਾਲੇ ਦੇ ਵੀ, ਕੋਹੜ ਵਾਲੇ ਦੇ। ਉਹ ਸਾਰੀ ਦੁਨੀਆ ਦਾ ਗੰਦ ਮੂੰਹ 'ਚ ਪੈਂਦਾ ਅਤੇ ਖੁਸ਼ ਬੜੇ ਹੋ ਰਹੇ ਹੈ, ਮੂੰਹ 'ਤੇ ਚਟਾਕੀਆਂ ਮਰਾ ਮਰਾ ਕੇ। ਇਹ ਤਾਂ ਸਾਡਾ ਐਸਾ ਬੇੜਾ ਬੈਠਿਆ ਹੋਇਆ। ਸੋ ਇਸ ਵਾਸਤੇ ਪਰ ਜਿਹੜੀ ਸੁੱਚ ਪਵਿੱਤਰਤਾ, ਸੱਚ ਸੁੱਚ ਪਾਈਐ ਭੀ ਸੰਤਨ ਕੈ ਪਾਸ, ਇਹ ਸੱਚ ਵੀ ਅਤੇ ਸੁੱਚ ਵੀ
ਇਹ ਮਹਾਂਪੁਰਖਾਂ ਤੋਂ ਸਿੱਖਿਆ ਪਾਈ ਜਾਂਦੀ ਹੈ। ਇਹ ਤਾਂ ਹੁਣ ਚਲੇ ਗਈ, ਭਾਂਡੇ ਮਾਂਜਣੇ ਵੀ ਛੱਡ ਤੇ ਇੱਕ ਪਰੋਲਾ ਜਿਹਾ ਰੱਖਿਆ ਬਸ, ਠੀਕ ਆ। ਫਿਰ ਕਹਿੰਦੇ ਬਿਮਾਰੀਆਂ ਵਧੀ ਜਾਂਦੀਆਂ। ਜਦ ਸਾਰੇ ਜਹਾਨ ਦੀ ਝੂਠ ਫੱਕਣੀ ਆ ਤੇ ਬਿਮਾਰੀਆਂ ਤਾਂ ਆਉਣੀਆਂ ਹੀ ਆਉਣੀਆਂ। ਸੇਵਾ ਛੱਡ ਦਿੱਤੀ ਸਾਰੀ, ਸਿਮਰਨ ਛੱਡਤਾ, ਸਤਸੰਗ ਛੱਡ ਦਿੱਤਾ। ਮਨਮਤ ਜਿਹੜੀ ਹੈ ਝੂਠ ਤੇ ਝੂਠ ਕਿੰਨੀ ਪ੍ਰਧਾਨ ਹੋਈ ਹੋਈ ਹੈ। ਪਰ ਇਹ ਚੀਜ਼ਾਂ ਕਿੱਥੋਂ ਮਿਲਦੀਆਂ? ਇਹ ਸੰਗਤ 'ਚੋਂ। ਹੁਣ ਸੰਗਤ 'ਚੋਂ ਵੀ ਲੋਕ ਆ ਥਾਂ ਥਾਂ ਲੰਗਰ ਲਾਉਂਦੇ ਆ, ਸੜਕਾਂ 'ਤੇ ਰੋਟੀ ਦਾ ਖਾਣ ਨੂੰ ਮਿਲੀ ਜਾਂਦੀ ਹੈ। ਨਾ ਸਾਚਿਆ ਨਾ ਸੋਚਿਆ, ਦੋਏ ਹੈ ਨਹੀਂ। ਲੰਗਰ ਵਾਲੀ ਮਰਜ਼ਾਦਾ ਨਹੀਂ ਕੋਈ ਵੀ। ਇਸ਼ਨਾਨ ਕਰਕੇ ਬਣਾਉਣਾ, ਬਾਣੀ ਪੜ੍ਹਦਿਆਂ ਬਣਾਉਣਾ, ਅਤੇ ਜਾਪ ਕਰਦਿਆਂ ਛਕਣਾ, ਜਾਪ ਕਰਦਿਆਂ ਛਕਾਉਣਾ। ਸੋਚ ਝੂਠ ਦਾ ਕੋਈ ਧਿਆਨ ਨਹੀਂ। ਇਹ ਆ ਵੀ ਉਹ ਡੰਗਰਾਂ ਵਾਂਗੂ ਕੁੰਡ ਕਤਾਵਾ ਮਿਲੀ ਜਾਂਦਾ, ਖਾਈ ਚਲੋ। ਸੋਚਣ ਵਾਲੀ ਗੱਲ ਹੈ ਨਹੀਂ, ਸੋਚ ਵਾਲੀ ਅਤੇ ਸੱਚ ਵਾਲੀ ਹੈ ਨਹੀਂ। ਪਰ ਮਹਾਰਾਜ ਕਹਿੰਦੇ ਇਹ ਚੀਜ਼ਾਂ ਮਿਲਦੀਆਂ। ਧੰਨ ਧੰਨ ਭਾਈ ਹੰਦਾਲ ਜੀ ਮਹਾਰਾਜ ਦੇ ਲੰਗਰੀ ਸੀ ਨਾ, ਆਟਾ ਗੁੰਨ ਰਹੇ ਸੀ ਅਤੇ ਮਹਾਰਾਜ ਨੂੰ ਚੇਤੇ ਕਰਨਾ ਵੀ ਮੈਂ ਤਾਂ ਸੇਵਾ 'ਚ ਹੀ ਰਹਿਣਾ। ਮਹਾਰਾਜ ਦਰਸ਼ਨ ਹੀ ਨਹੀਂ ਹੁੰਦੇ, ਨਾ ਅੰਮ੍ਰਿਤ ਬਚਨ ਸੁਣਨ ਦਾ ਹੀ ਸਮਾਂ ਮਿਲਦਾ। ਕਿਉਂ? ਹੁਕਮ ਸੀ ਨਾ ਤੂੰ ਲੰਗਰ ਸੇਵਾ ਕਰਨੀ। ਅੱਜ ਅਸੀਂ ਤਾਂ ਆਪਣੀ ਮਰਜ਼ੀ ਨਾਲ ਡੀਟੀ ਛੱਡ ਕੇ ਦੌੜ ਜਾਂਦੇ ਨਾ। ਪਰ ਉਹ ਪਾਬੰਦ ਸੀ ਸੇਵਾ ਵਿੱਚ। ਮਹਾਰਾਜ ਜਾਣੀ ਜਾਣ। ਮਹਾਰਾਜ ਸੱਚੇ ਪਾਤਸ਼ਾਹ ਲੰਗਰ 'ਚ ਆ ਗਿਆ ਕਿਰਪਾ ਕਰਨ। ਉਸ ਲਈ ਉਹ ਆਟਾ ਗੁੰਨਦੇ ਸੀ। ਉਹ ਕਹਿੰਦੇ ਵੀ ਜੇ ਹੁਣ ਮਹਾਰਾਜ ਉੱਠ ਕੇ ਸਤਿਕਾਰ ਨਹੀਂ ਕਰਦੇ, ਨਮਸਕਾਰ ਨਹੀਂ ਕਰਦੇ, ਇਹ ਵੀ ਠੀਕ ਨਹੀਂ। ਹੱਥ ਆਟੇ ਨਾਲ ਲਿਬੜੇ ਹੈ, ਇਹ ਲੰਗਰ ਦਾ ਆਦਬ ਰੱਖਣਾ ਵੀ ਜ਼ਰੂਰੀ ਹੈ। ਉਹ ਫਿਰ ਜਿਵੇਂ ਆਟੇ ਨਾਲ ਹੱਥ ਲਿਬੜੇ ਸੀ ਨਾ, ਇਕੱਠੇ ਕਰਕੇ ਕੰਗਰੋੜ ਪਿੱਠ 'ਤੇ ਰੱਖ ਲੈ ਅਤੇ ਮਸਤਕ ਮਹਾਰਾਜ ਦੇ ਚਰਨਾਂ 'ਤੇ ਰੱਖ ਕੇ ਮੱਥਾ ਟੇਕਿਆ। ਮਹਾਰਾਜ ਕਹਿੰਦੇ ਭਾਈ ਹੰਦਾਲ ਕਮਾਲ ਕਰਤੀ, ਸਾਡਾ ਵੀ ਸਤਿਕਾਰ ਰੱਖਿਆ, ਗੁਰੂ ਕੇ ਲੰਗਰ ਦੀ ਸੋਚ ਦਾ ਵੀ ਸਤਿਕਾਰ ਰੱਖਿਆ। ਜਦ ਤੇਰੀ ਸੰਪਰਦਾ ਚੱਲੇਗੀ ਉਹ ਇਸ ਤਰ੍ਹਾਂ ਮੱਥਾ ਟੇਕਣਗੇ। ਉਹ ਸੰਧੂ ਗੋਤ ਦਾ ਜੱਟ ਸੀ, ਸੰਧੂ ਨੂੰ ਮੰਨਦੇ ਆ, ਹੰਦਾਲ ਨੂੰ। ਸੋ ਇਸ ਵਾਸਤੇ ਇਹ ਗੁਰਸਿੱਖਾਂ ਦੇ ਜੀਵਨ ਵਿੱਚੋਂ ਸਾਨੂੰ ਬੜਾ ਕੁਝ ਮਿਲਦਾ। ਪਰ ਹੁਣ ਅਸੀਂ ਇਤਿਹਾਸ ਸੁਣਨੇ ਛੱਡ ਦਿੱਤੇ। ਗੁਰਦੁਆਰਿਆਂ 'ਚ ਆਉਂਦੇ ਹਾਂ, ਬਸ ਘਮੇਟੇ ਕੱਢੇ ਚਲੇ ਗਏ, ਸੰਗਤ 'ਚ ਬਹਿਣਾ ਨਹੀਂ, ਕਥਾ ਵਾਰਤਾ ਨਹੀਂ ਸੁਣਨੀ। ਸੋ ਮਹਾਰਾਜ ਕਹਿੰਦੇ ਇਹ ਜਿਹੜੀਆਂ ਚੀਜ਼ਾਂ ਸੋਚ ਪਵਿੱਤਰਤਾ ਇਹ ਗੁਰੂ ਘਰ 'ਚੋਂ ਪਾਈ ਜਾਂਦੀ ਹੈ। ਸਤਿਗੁਰੂ ਜੀ ਦੀ ਬਾਣੀ ਦੁਆਰਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਹਨ ਕਿ ਜਿਨ੍ਹਾਂ ਨੇ ਮਨ ਗੁਰੂ ਦਾ ਬਣਾ ਕੇ ਪਹਿਲਾਂ ਬਾਣੀ ਸੁਣ ਕੇ ਜਾਣਕਾਰੀ ਲਈ, ਫਿਰ ਸ਼ਬਦ ਦਾ ਅਭਿਆਸ ਕਰਕੇ ਸਤਿਗੁਰੂ ਜੀ ਨੂੰ ਪਛਾਣਿਆ, ਉਹਨਾਂ ਦੀ ਮਹਾਨਤਾ ਨੂੰ ਜਾਣਿਆ ਹੈ। ਉਹਨਾਂ ਨੂੰ ਬਾਬਾ ਹੰਦਾਲ ਵਾਂਗੂ ਸਾਰੀ ਸੋਝੀ ਪ੍ਰਾਪਤ ਹੋ ਜਾਂਦੀ। ਅੰਦਰੋਂ ਅਨੁਭਵ ਖੁੱਲ੍ਹ ਜਾਂਦੇ ਆ, ਅਨੁਭਵ ਕਿਰਪਾ ਹੋ ਜਾਂਦੀ। ਸੰਤ ਬਾਬਾ ਸੁੰਦਰ ਸਿੰਘ ਜੀ ਮਹਾਰਾਜ ਭਿੰਡਰਾਂ ਵਾਲਿਆਂ ਨੇ ਸੰਤ ਗਿਆਨੀ ਗੁਰਬਚਨ ਸਿੰਘ 'ਤੇ ਜਦੋਂ ਕਿਰਪਾ ਕੀਤੀ ਨਾ, ਇਹ ਬੋਪਾਰਾਵਾਂ ਦੀ ਗੱਲ ਹੈ। ਅਤੇ ਉਸ ਵੇਲੇ ਕਹਿੰਦੇ ਵੀ ਇਉਂ ਵੀ ਜਿਵੇਂ ਸਾਰੇ ਗ੍ਰੰਥ ਰੀਲ ਵਾਂਗ ਮੋਰੇ ਤੁਰੇ ਜਾ ਰਹੇ। ਅਨੁਭਵ ਇੱਕ ਤਾਂ ਹੁੰਦਾ ਨਾ ਵੈਸੇ ਪੁਸਤਕਾਂ ਦਾ, ਧਰਮ ਸ਼ਾਸਤਰਾਂ ਦਾ ਗਿਆਨ ਪੜ੍ਹਾ ਕੇ, ਇੱਕ ਅੰਦਰੋਂ ਅਨੁਭਵ ਖੋਲ੍ਹਣਾ। ਕਹਿੰਦੇ ਲੈ ਜਿਹੜੀ ਮਰਜ਼ੀ ਵਿੱਦਿਆ ਹੁਣ ਤੂੰ ਵਰਤ ਲਿਆ ਕਰੀ। ਅਤੇ ਜਦੋਂ ਅਕਬਰ ਕੋਲ ਸ਼ਿਕਾਇਤ ਕੀਤੀ ਸੀ ਪੰਡਿਆਂ ਨੇ, ਮੌਲਵੀਆਂ ਨੇ, ਕਿ ਇਹਨਾਂ ਨੇ ਜੀ ਨਵਾਂ ਹੀ ਪੰਥ ਚਲਾ ਲਿਆ, ਨਾ ਇਹ ਕੁਰਾਨ ਨੂੰ ਨਾ ਇਹ ਪੁਰਾਣ ਨੂੰ ਕਿਸੇ ਨੂੰ ਮੰਨਦੇ ਨਹੀਂ। ਅਤੇ ਅਕਬਰ ਤਾਂ ਬੜਾ ਸ਼ਰਧਾਵਾਨ ਸੀ, ਉਹਨੂੰ ਪਤਾ ਸੀ ਪਏ ਜਿਹੜੇ ਲੋਕ ਆ ਨਾ ਈਰਖਾਲੂ ਆ। ਹੁਣ ਰਾਜ ਨੂੰ ਟਿਕਾਉਣ ਵਾਸਤੇ ਰਾਜੇ ਲੋਕਾਂ ਨੂੰ ਮਹਾਰਾਜ ਨੂੰ ਬੇਨਤੀ ਭੇਜੀ। ਭਾਈ ਜੇਠਾ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਦੀ ਸੇਵਾ ਲੱਗ ਗਈ।
ਲਾਹੌਰ ਜਾ ਕੇ ਉੱਤਰ ਦੇ ਕੇ ਆਓ। ਕਹਿੰਦੇ ਮਹਾਰਾਜ ਉੱਥੇ ਬੜੇ ਬੜੇ ਵਿਦਵਾਨ। ਕਹਿੰਦੇ ਬਸ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਨੂੰ ਚੇਤੇ ਕਰਕੇ ਇਉਂ ਹੱਥ ਦੇਖੀ ਜਾਈ, 14 ਵਿਦਿਆ ਉੱਤੇ ਹੋਣੀ, ਜਿਹੜੀ ਮਰਜ਼ੀ ਵਰਤ ਲਈ। ਉਹ ਫਿਰ ਮਹਾਰਾਜ ਸਾਰੇ ਉੱਤਰ ਦੇ ਕੇ ਆਏ, ਬੜੇ ਸ਼ਰਮਿੰਦਰ ਹੋਏ। ਅਕਬਰ ਨੇ ਲਾਹਨਤਾਂ ਪਾਈਆਂ ਕਿ ਇਹਨਾਂ ਨੂੰ ਕੱਢੋ ਇੱਥੋਂ ਧੱਕੇ ਮਾਰ ਕੇ, ਇਹ ਦੁਸ਼ਟ ਲੋਕ ਨੇ, ਗੁਰੂ ਘਰ ਦੇ ਦੁਖੀ ਨੇ, ਨਜਾਇਜ਼ ਆ ਕੇ ਸ਼ਿਕਾਇਤਾਂ ਕਰਦੇ ਨੇ। ਸੋ ਇਸ ਵਾਸਤੇ ਇਹ ਅਨੁਭਵ ਐਸਾ ਹੈ। ਮਹਾਰਾਜ ਕਹਿੰਦੇ ਜਦੋਂ ਫਿਰ ਕਿਰਪਾ ਹੋ ਜਾਂਦੀ ਹੈ ਨਾ, ਉਹਨਾਂ ਗੁਰਮੁਖਾਂ ਨੂੰ ਸਾਰੇ ਪ੍ਰਕਾਰ ਦੀ ਸੋਝੀ ਪ੍ਰਾਪਤ ਹੋ ਜਾਂਦੀ ਹੈ। ਇਹ ਸਤਸੰਗੀਓ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਵਿਖੇ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੀ ਵਿਚਾਰ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਵਿੱਚੋਂ ਆਪ ਜੀ ਨੂੰ ਸ਼ਰਵਣ ਕਰਨ ਦਾ ਇਸ ਭਾਗਾ ਸਮਾਂ ਪ੍ਰਾਪਤ ਹੋਇਆ ਹੈ। ਔਰ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਅੱਜ 8ਵੇਂ ਪਾਤਸ਼ਾਹ ਜੀ ਦਾ ਦਿੱਲੀ ਬਾਲਾ ਸਾਹਿਬ ਜੋਤੀ ਜੋਤ ਸਮਾਉਣ ਦਾ ਗੁਰਪੁਰਬ, ਔਰ 9ਵੇਂ ਪਾਤਸ਼ਾਹ ਦਾ ਇਹ ਗੁਰਤਾਗੱਦੀ ਦਿਵਸ, ਉਹਦੇ ਬਾਰੇ ਵੀ ਸੰਖੇਪ ਬੇਨਤੀ ਕੀਤੀ। ਗ੍ਰੰਥੀ ਸਿੰਘ ਨੇ ਚੇਤੇ ਕਰਾਤਾ ਸੀ। ਸੋ ਸਤਿਗੁਰ ਸੱਚੇ ਪਾਤਸ਼ਾਹ ਮਿਹਰ ਕਰਨ। ਆਈਆਂ ਸੰਗਤਾਂ ਨੂੰ ਜੀ ਆਇਆਂ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਮਿਹਰ ਕਰਨ, ਸਭ ਨੂੰ ਨਾਮਦਾਨ ਸਿੱਖੀ ਦਾਨ ਭਰੋਸਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ। ਪ੍ਰਬੰਧਕਾਂ ਦਾ, ਸੰਗਤਾਂ ਦਾ, ਸਮੂਹ ਸੇਵਾਦਾਰਾਂ ਦਾ ਧੰਨਵਾਦ। ਖਾਲਸਾ ਪੰਥ ਵਿੱਚ ਏਕਤਾ, ਇਤਫਾਕ, ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।